जी नाजरीन, तुसी जुड़ चुके हो लाइव विद टीम अरोड़ा ऑन आवाज टीवी। ਇਹ ਸਾਡਾ ਹਫਤਾਵਾਰੀ ਪ੍ਰੋਗਰਾਮ ਹੈ ਜੋ ਤੁਸੀਂ ਹਰ ਜੁਮੇ ਨੂੰ ਸ਼ਾਮ 8 ਤੋਂ 9 ਦੇਖਦੇ ਹੋ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਸ਼ਿਰਕਤ ਆਪ ਵੀ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਤੁਸੀਂ ਸਾਨੂੰ ਲਾਈਵ ਕਾਲ ਕਰ ਸਕਦੇ ਹੋ। ਸਾਡਾ ਲਾਈਵ ਕਾਲ ਕਰਨ ਲਈ ਨੰਬਰ ਹੈ 6474840018। ਇਸ ਸ਼ੋਅ ਦੇ ਵਿੱਚ ਅਸੀਂ ਰੀਅਲ ਸਟੇਟ ਦੇ ਮੁਤਲਕ ਗੱਲਬਾਤ ਕਰਦੇ ਹਾਂ। ਤੁਹਾਡਾ ਰੀਅਲ ਸਟੇਟ ਦੇ ਮੁਤਲਕ ਕੋਈ ਵੀ ਸਵਾਲ ਹੋਵੇ, ਚਾਹੇ ਉਹ ਰੀਸੇਲ ਰੀਅਲ ਸਟੇਟ ਬਾਰੇ ਹੋਵੇ, ਚਾਹੇ ਉਹ ਪ੍ਰੀ ਕੰਸਟਰਕਸ਼ਨ ਜਾਂ ਕਮਰਸ਼ੀਅਲ ਰੀਅਲ ਸਟੇਟ ਬਾਰੇ ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਬੇਝਿਜਕ ਕਾਲ ਕਰਕੇ ਸਾਨੂੰ ਆਪਣਾ ਸਵਾਲ ਪੁੱਛ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਦਾ ਜਵਾਬ ਦਈਏ। ਆਉਣ ਵਾਲੇ ਹਫਤੇ ਈਦ ਦਾ ਮੁਕੱਦਸ ਤਿਉਹਾਰ ਆ ਰਿਹਾ। ਸਾਰੇ ਹੀ ਦੇਖਣ ਵਾਲਿਆਂ ਨੂੰ ਪੇਸ਼ਗੀ ਮੁਬਾਰਕਬਾਦ, ਕਿਉਂਕਿ ਈਦ ਦਾ ਤਿਉਹਾਰ ਜਿਹੜਾ ਹੈ ਉਹ 28 ਤਰੀਕ ਨੂੰ ਮਨਾਇਆ ਜਾਏਗਾ। ਸਾਡਾ ਅਗਲਾ ਪ੍ਰੋਗਰਾਮ 29 ਤਰੀਕ ਨੂੰ ਹੋਏਗਾ। ਸੋ ਇਸ ਕਰਕੇ ਸਾਰੇ ਹੀ ਭੈਣ ਭਰਾਵਾਂ ਨੂੰ ਜੋ ਈਦ ਮਨਾ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਸੋ ਅੱਜ ਵਾਪਸ ਆਉਂਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੀਅਲ ਸਟੇਟ ਦੀ ਮਾਰਕੀਟ ਜਿਹੜੀ ਹੈ ਇਸ ਵੇਲੇ ਕਾਫੀ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੀ ਹੈ। ਜਿਹੜੇ ਬਾਇਰ ਸੈਲਰਸ ਨੇ ਕਾਫੀ ਕਨਫਿਊਜ਼ਡ ਨੇ ਕਿ ਕੀ ਕੀਤਾ ਜਾਵੇ। ਸੋ ਜਿਵੇਂ ਸਾਡਾ ਟੌਪਿਕ ਹੈ ਕਿ ਓਪਰਚੁਨਿਟੀਜ਼ ਇਨ ਦਿਸ ਡਿਫਿਕਲਟ ਰੀਅਲ ਸਟੇਟ ਮਾਰਕੀਟ। ਹਰ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਨੇ। ਅਸੀਂ ਜਾਂ ਤਾਂ ਉਹਦੇ 'ਚ ਮੁਸ਼ਕਿਲਾਂ ਦੇਖ ਸਕਦੇ ਹਾਂ ਜਾਂ ਉਹਦੇ 'ਚ ਜਿਹੜੀਆਂ ਓਪਰਚੁਨਿਟੀਜ਼ ਨੇ, ਜਿਹੜੇ ਮੌਕੇ ਨੇ, ਜਿਹੜੇ ਫਾਇਦੇ ਨੇ ਉਹ ਦੇਖ ਸਕਦੇ ਹਾਂ। ਸੋ ਇਸੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸਾਡੀ ਟੀਮ ਦੇ ਮੈਂਬਰਸ, ਮੈਂ ਪਹਿਲਾਂ ਉਹਨਾਂ ਦਾ ਤਾਰਫ ਤੁਹਾਡੇ ਨਾਲ ਕਰਵਾ ਦਿਆਂ। ਹਮੇਸ਼ਾ ਵਾਂਗ ਪ੍ਰਵੀਨ ਅਰੋੜਾ ਸਾਡੇ ਬ੍ਰੋਕਰ ਆਫ ਰੈਕਰਡ, ਸਾਡੇ ਪ੍ਰੀ ਕੰਸਟਰਕਸ਼ਨ ਦੇ ਸਪੈਸ਼ਲਿਸਟ ਚਾਹਤ, ਔਰ ਸਾਡੀ ਰੀਸੇਲ ਟੀਮ ਤੋਂ ਦੀਪਕ। ਸਾਰਿਆਂ ਦਾ ਵੈਲਕਮ ਟੂ ਦ ਸ਼ੋ ਜੀ। ਥੈਂਕ ਯੂ। आई थिंक ढिल्लों साहब अज आप मेरे ख्याल पंजाबी दे विच शो कर रहे हैं, क्योंकि काफ़ी दर्शक सी जिहड़े वो सानू कह रहे सीगे कि अगे भी असीं एक बार पंजाबी दे विच शो कीता सी कि तुसीं पंजाबी दे विच भी एक शो करो। बिल्कुल। ते अज दा जिहड़ा शो है जी असीं पंजाबी लैंगुएज दे विच करांगे ताकि जिहड़े वो दर्शक चाह रहे सीगे पंजाबी दे विच असीं शो करिए। ते तुहाडा कोई भी सवाल होवे तां सानू तुसीं कॉल करो, मतलब स्क्रीन दे जिहड़े नंबर दित्ते गए ने ਤੇ ਅੱਜ ਤੁਹਾਡੇ ਜਵਾਬ ਵੀ ਪੰਜਾਬੀ ਦੇ ਵਿੱਚ ਹੀ ਦਿੱਤੇ ਜਾਣਗੇ ਜੀ। ਦੂਸਰੀ ਵੱਡੀ ਗੱਲ ਆ ਜੀ, ਮਾਂ ਬੋਲੀ ਦੇ ਵਿੱਚ ਜਿਹੜੀ ਗੱਲਬਾਤ ਅਸੀਂ ਕਰ ਸਕਦੇ ਹਾਂ ਨਾ, ਉਹ ਚਾਹੇ ਅਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੀਆਂ ਹੋਣ, ਮਾਂ ਬੋਲੀ 'ਚ ਗੱਲ ਕਰਕੇ ਜੋ ਸਵਾਦ ਆਉਂਦਾ ਉਹ ਵੱਖਰਾ ਹੀ ਹੈ ਜੀ। ਬਿਲਕੁਲ। ਤੇ ਅਗਲੇ ਹਫਤੇ 26 ਔਰ 27 ਤਰੀਕ ਨੂੰ ਈਦ ਬਾਜ਼ਾਰ ਇੱਥੇ ਮਨਾਇਆ ਜਾ ਰਿਹਾ ਮਿਸਿਸਾਗਾ ਦੇ ਵਿੱਚ, ਸਵਾਗਤ ਬੈਂਕੁਏਟ ਹਾਲ ਦੇ ਵਿੱਚ। ਸਾਡੀ ਟੀਮ ਕਿਉਂਕਿ ਮੇਨ ਸਪਾਂਸਰ ਹੈ ਇਸ ਪ੍ਰੋਗਰਾਮ ਦੀ, ਸਮੀਨਾ ਹੁਣੀ ਜਿਹੜੇ ਕਿ ਇਸ ਚੈਨਲ ਦੇ ਕਰਤਾ ਧਰਤਾ ਨੇ, ਉਹਨਾਂ ਦੀ ਟੀਮ ਇਹ ਬਾਜ਼ਾਰ ਲੈ ਕੇ ਆ ਰਹੀ ਹੈ ਤੁਹਾਡੇ ਵਾਸਤੇ। ਸੋ 26 ਔਰ 27 ਤਰੀਕ ਨੂੰ ਮਾਫ ਕਰਨਾ, ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਇਹ ਸ਼ੋਅ ਜਿਹੜਾ ਹੈ ਦੋਵੇਂ ਦਿਨ ਚੱਲੇਗਾ। ਤੁਸੀਂ ਇਸ ਮੇਲੇ ਦੇ ਵਿੱਚ ਸ਼ਿਰਕਤ ਕਰੋ, ਈਦ ਮੇਲਾ। ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਤੁਹਾਡੀ ਸੇਵਾ ਦੇ ਵਿੱਚ ਸਟਾਲਸ ਹੋਣਗੇ, ਇਨਫੋਰਮੇਸ਼ਨ ਬੂਥਸ ਹੋਣਗੇ। ਸਾਡੀ ਟੀਮ ਦਾ ਵੀ ਉੱਥੇ ਬੂਥ ਹੋਏਗਾ ਜਿੱਥੇ ਆ ਕੇ ਤੁਸੀਂ ਆਪਣੇ ਰੀਅਲ ਸਟੇਟ ਸੰਬੰਧੀ ਜੇ ਕੋਈ ਤੁਹਾਡੀ ਜ਼ਰੂਰਤ ਹੈ ਉਹਦੇ ਬਾਰੇ 'ਚ ਵੀ ਗੱਲ ਕਰ ਸਕਦੇ ਹੋ। ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਉਹਦੇ ਬਾਰੇ 'ਚ ਵੀ ਗੱਲ ਕਰ ਸਕਦੇ ਹੋ। ਪ੍ਰਵੀਨ ਜੀ ਥੋੜਾ ਜਿਹਾ ਹੋਰ ਦੱਸੋ ਇਸ ਸ਼ੋਅ ਬਾਰੇ ਤੁਸੀਂ ਸਪਾਂਸਰ ਕਰ ਰਹੇ ਆ ਆਪਣੀ ਟੀਮ। ਹਾਂਜੀ, ਆਪਾਂ ਢਿੱਲੋਂ ਸਾਹਿਬ ਇਹ ਸ਼ੋਅ ਮਤਲਬ ਜਿਹੜਾ ਲਾਸਟ ਟਾਈਮ ਵੀ ਮੇਲਾ ਹੋਇਆ ਸੀ ਅਸੀਂ ਉਦੋਂ ਵੀ ਉਹਦੇ 'ਚ ਸੀਗੇ ਜੀ। ਤੁਹਾਡਾ ਬਹੁਤ ਹੀ ਵਧੀਆ ਸਾਨੂੰ ਉੱਥੇ ਸਹਿਯੋਗ ਮਿਲਿਆ। ਬਹੁਤ ਲੋਕੀ ਸਾਡੇ ਬੂਥ ਤੇ ਆਏ, ਸਾਡੇ ਨਾਲ ਗੱਲਬਾਤ ਕੀਤੀ, ਮਤਲਬ ਰੀਅਲ ਸਟੇਟ ਬਾਰੇ ਜਾਣਕਾਰੀ ਵੀ ਸੀ ਉੱਥੇ। ਔਰ ਕਈ ਵਾਰ ਅਸੀਂ ਉੱਥੇ ਕਈ ਪ੍ਰੋਜੈਕਟਸ ਵਾਸਤੇ ਵੀ ਗੱਲ ਕਰਦੇ ਹਾਂ। ਔਰ ਅੱਜ ਇੱਕ ਵਧੀਆ ਚੀਜ਼ ਕੀ ਹੋ ਰਹੀ ਆ ਕਿ ਅੱਜ ਅਸੀਂ ਇੱਕ ਇੱਦਾਂ ਦੇ ਪ੍ਰੋਜੈਕਟ ਬਾਰੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ। ਮਿਲਟਨ ਆ ਜਿਹੜਾ ਉਹ ਆਪਣੀ ਕਮਿਊਨਿਟੀ ਦਾ ਹੁਣ ਇੱਕ ਜਿਵੇਂ ਕਹਿ ਲਓ ਕਿ ਇੱਕ ਮੇਨ ਸਿਟੀ ਬਣਦਾ ਜਾ ਰਿਹਾ ਕਿ ਜਿੱਥੇ ਆਪਣੀ ਕਮਿਊਨਿਟੀ ਕਾਫੀ ਮੂਵ ਹੋਣਾ ਪਸੰਦ ਕਰਦੀ ਆ। ਔਰ ਇਹ ਪ੍ਰੋਜੈਕਟ ਆ ਜਿਹੜਾ ਮਿਲਟਨ ਦੇ ਵਿੱਚ ਹੀ ਆ ਰਿਹਾ। ਚਾਹਤ ਅੱਗੇ ਜਾ ਕੇ ਉਹਦੇ ਬਾਰੇ ਪ੍ਰੀ ਕੰਸਟਰਕਸ਼ਨ ਦੀ ਉਹਦੇ ਬਾਰੇ ਇਨਫੋਰਮੇਸ਼ਨ ਤੁਹਾਡੇ ਨਾਲ ਦੇਣਗੇ, ਤੁਹਾਨੂੰ ਦੇਣਗੇ। ਔਰ ਇਸ ਈਦ ਮੇਲੇ ਤੇ
ਅਸੀਂ ਜਿਹੜੇ 1-2 ਪ੍ਰੋਜੈਕਟ ਨੇ ਉਹਨਾਂ ਦੇ ਬਾਰੇ ਤੁਹਾਨੂੰ ਉੱਥੇ ਸਪੈਸ਼ਲ ਇਨਸੈਂਟਿਵਸ ਵੀ ਦੇਵਾਂਗੇ, ਔਰ ਜਿਹੜੇ ਉਹ ਇਨਸੈਂਟਿਵਸ ਨੇ ਉਹ ਸਾਡੇ ਅੱਜ ਤੋਂ ਹੀ ਸ਼ੁਰੂ ਹੋ ਜਾਣੇ ਨੇ, ਔਰ ਈਦ ਤੱਕ ਉਹ ਇਨਸੈਂਟਿਵ ਸਾਡੇ ਚੱਲਣਗੇ ਉਸੇ ਤਰ੍ਹਾਂ ਹੀ। ਸੋ ਜੋ ਕੋਈ ਵੀ ਮਤਲਬ ਅਗਰ ਆਪਣੇ ਦਰਸ਼ਕ ਬਾਏ ਕਰਨਾ ਚਾਹੁੰਦੇ ਨੇ ਮਿਲਟਨ ਦੇ ਵਿੱਚ ਔਰ ਇੱਕ ਬਰੈਂਪਟਨ ਦੇ ਵਿੱਚ, ਇਹ 2 ਥਾਵਾਂ ਦੇ ਉੱਤੇ ਆਪਣੇ ਕੋਲ ਬ੍ਰਾਂਡ ਨਿਊ ਲੋ ਰਾਈਜ਼ ਡਿਟੈਚ ਘਰਾਂ ਦਾ ਪ੍ਰੋਜੈਕਟ ਆ ਰਿਹਾ। ਤੁਹਾਡੇ ਨਾਲ ਪ੍ਰਾਈਸ ਤੇ ਬਾਕੀ ਸਾਰੀ ਜਾਣਕਾਰੀ ਅੱਗੇ ਜਾ ਕੇ ਚਾਹਤ ਸ਼ੇਅਰ ਕਰਨਗੇ, ਔਰ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਉਹਦੀ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਢਿੱਲੋਂ ਸਾਹਿਬ, ਉਹ ਇਹ ਆ ਕਿ ਪ੍ਰੀ ਕੰਸਟਰਕਸ਼ਨ ਦੇ ਵਿੱਚ ਆਪਾਂ ਹਮੇਸ਼ਾ ਇੱਕ ਗੱਲ ਕਰਦੇ ਸੀ ਕਿ ਜੇ ਉਸ ਜਿਹੜੀ ਆਪਾਂ ਕੋਈ ਬਾਏ ਕਰ ਰਹੇ ਹਾਂ ਜੀ, ਉਹਦਾ ਪ੍ਰਾਈਸ ਰੀਸੇਲ ਮਾਰਕੀਟ ਦੇ ਬਰਾਬਰ ਆ ਜੀ, ਤਾਂ ਉਹ ਇੱਕ ਬਹੁਤ ਵਧੀਆ ਇਨਵੈਸਟਮੈਂਟ ਆ। ਔਰ ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਦਾ ਪ੍ਰਾਈਸ ਰੀਸੇਲ ਮਾਰਕੀਟ ਦੇ ਨਾਲ ਬਰਾਬਰ ਨਹੀਂ, ਉਸ ਤੋਂ ਘੱਟ ਆ। ਇਹ ਚੀਜ਼ ਕਾਫੀ ਸਾਲਾਂ ਬਾਅਦ ਦੇਖਣ ਬਾਅਦ ਮਿਲੀ ਹੈ ਸਾਨੂੰ ਕਿ ਰੀਸੇਲ ਮਾਰਕੀਟ ਦੇ ਨਾਲੋਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਿਹੜਾ ਪ੍ਰਾਈਸ ਆ ਲੋ ਰਾਈਜ਼ ਦਾ ਤੁਹਾਨੂੰ ਘੱਟ ਮਿਲੇ। ਸੋ ਇਸ ਕਰਕੇ ਮਤਲਬ ਤੁਸੀਂ ਸਾਡੇ ਸ਼ੋਅ ਦੇ ਨਾਲ ਜੁੜੇ ਰਹੋ, ਤੁਹਾਨੂੰ ਅਸੀਂ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ, ਔਰ ਕੱਲੀ ਜਾਣਕਾਰੀ ਨਹੀਂ ਦੇਵਾਂਗੇ, ਤੁਹਾਨੂੰ ਮੌਕਾ ਵੀ ਮਿਲੇਗਾ ਬਾਏ ਕਰਨ ਦਾ। ਕੱਲਾ ਮੌਕਾ ਨਹੀਂ ਮਿਲੇਗਾ, ਤੁਹਾਨੂੰ ਨਾਲ ਇਨਸੈਂਟਿਵ ਵੀ ਦਿੱਤੇ ਜਾਣਗੇ ਸਪੈਸ਼ਲੀ ਇਸ ਪ੍ਰੋਜੈਕਟ ਵਾਸਤੇ। ਤੇ ਅੱਗੇ ਚੱਲ ਕੇ ਆਪਾਂ ਇਸ ਪ੍ਰੋਜੈਕਟ ਵਾਸਤੇ ਗੱਲ ਕਰਦੇ ਹਾਂ। ਇਹ ਸਮਝ ਲਓ ਕਿ ਜਿਵੇਂ ਕਹ ਲਓ ਕਿ ਈਦ ਦੇ ਮੇਲੇ ਤੇ ਇਹ ਤੁਹਾਡੇ ਲਈ ਇੱਕ ਸਪੈਸ਼ਲ ਗਿਫਟ ਆ ਜਿਹੜਾ ਅਸੀਂ ਲੈ ਕੇ ਆਏ ਹਾਂ। ਬਹੁਤ ਸਾਰੇ ਇਨਾਮ ਵੀ ਜਿਹੜੇ ਨੇ ਸਾਡੀ ਟੀਮ ਵੱਲੋਂ ਤੇ ਹੋਰ ਸਪਾਂਸਰਸ ਵੱਲੋਂ ਇਸ ਮੌਕੇ ਤੇ ਤੁਹਾਨੂੰ ਦਿੱਤੇ ਜਾਣਗੇ। ਸੋ ਤੁਸੀਂ ਜਰੂਰ ਦੋਵੇਂ ਦਿਨ ਸ਼ਿਰਕਤ ਕਰੋ ਇਸ ਈਦ ਬਾਜ਼ਾਰ ਦੇ ਵਿੱਚ, ਜਿਹੜਾ ਕਿ ਸਵਾਗਤ ਬੈਂਕੁਏਟ ਹਾਲ 6991 ਮਿਲ ਕ੍ਰੀਕ ਡਰਾਈਵ, ਜੋ ਕਿ ਮਿਲ ਕ੍ਰੀਕ ਔਰ ਡੈਰੀ ਦੇ ਇੰਟਰਸੈਕਸ਼ਨ ਤੇ ਵਾਕਿਆ ਆ। ਤੁਸੀਂ ਉੱਥੇ ਆ ਸਕਦੇ ਹੋ ਦੋਵੇਂ ਦਿਨ ਔਰ ਇਸ ਮੇਲੇ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਪ੍ਰਵੀਨ ਜੀ, ਵਾਪਸ ਆਈਏ ਰੀਅਲ ਸਟੇਟ ਵੱਲ। ਹਾਂਜੀ, ਕੀ ਇਸ ਹਫਤੇ ਦਾ ਰੁਝਾਨ ਰਿਹਾ? ਲਿਸਟਿੰਗਸ ਵਗੈਰਾ ਕਿਸ ਤਰ੍ਹਾਂ ਨਾਲ ਉੱਪਰ ਜਾ ਰਹੀਆਂ ਨੇ, ਨੀਚੇ ਉਹਨਾਂ ਦੀ ਗਿਣਤੀ ਕਿਵੇਂ ਰਹੀ ਮਾਰਕੀਟ ਇਸ ਹਫਤੇ? ਢਿੱਲੋਂ ਸਾਹਿਬ, ਜਿਹੜਾ ਕਿ ਅੱਜ ਆਪਾਂ ਸ਼ੋਅ ਦਾ ਆਪਣੇ ਦਾ ਨਾਮ ਰੱਖਿਆ ਕਿ ਅਪਰਚੁਨਿਟੀਜ਼ ਕੀ ਨੇ ਅੱਜ ਦੀ ਡਿਫਿਕਲਟ ਰੀਅਲ ਸਟੇਟ ਮਾਰਕੀਟ ਦੇ ਵਿੱਚ। ਬਿਲਕੁਲ। ਅੱਜ ਤੁਸੀਂ ਖਾਸ ਕਰਕੇ ਸਾਡੇ ਸ਼ੋਅ ਤੇ ਧਿਆਨ ਦਿਓ। ਅੱਜ ਤੁਹਾਨੂੰ ਸਾਰੀਆਂ ਅਸੀਂ ਅਪਰਚੁਨਿਟੀਜ਼ ਹੀ ਦੱਸਣੀਆਂ ਨੇ ਕਿ ਇਸ ਮਾਰਕੀਟ ਦੇ ਵਿੱਚ ਕੀ ਅਪਰਚੁਨਿਟੀਜ਼ ਨੇ ਤੇ ਕਿੱਥੇ ਕਿਹੜੀ ਚੀਜ਼ ਵਧੀਆ ਕੀਤੀ ਜਾ ਸਕਦੀ ਆ। ਅਸੀਂ ਮਤਲਬ ਇਸ ਸ਼ੋਅ ਵਾਸਤੇ ਕਾਫੀ ਅੱਜ ਆਪਣਾ ਹੋਮਵਰਕ ਕਰਕੇ ਆਏ ਆ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਕਿ ਕਿਹੜੀਆਂ ਵਧੀਆ ਚੀਜ਼ਾਂ ਇਸ ਮਾਰਕੀਟ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਜਦੋਂ ਵੀ ਕੋਈ ਮਾਰਕੀਟ ਟਫ ਹੁੰਦੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਅਪਰਚੁਨਿਟੀਜ਼ ਵੀ ਹੁੰਦੀਆਂ ਨੇ, ਔਰ ਜਦੋਂ ਕੋਈ ਮਾਰਕੀਟ ਵਧੀਆ ਹੁੰਦੀ ਆ ਉਹਦੇ ਵਿੱਚ ਕੁਝ ਨਾ ਕੁਝ ਚੈਲੰਜ ਵੀ ਹੁੰਦੇ ਨੇ, ਮਤਲਬ ਦੋਨੋਂ ਚੀਜ਼ਾਂ ਹੀ ਹੁੰਦੀਆਂ ਨੇ। ਸੋ ਅੱਜ ਦਾ ਜਿਹੜਾ ਸ਼ੋਅ ਆ ਉਹ ਸਾਰਾ ਸਾਡਾ ਫੋਕਸ ਰਹੇਗਾ ਕਿ ਅੱਜ ਦੀ ਮਾਰਕੀਟ ਦੇ ਵਿੱਚ ਕੀ ਅਪਰਚੁਨਿਟੀਜ਼ ਨੇ। ਸਭ ਤੋਂ ਪਹਿਲਾਂ ਮੈਂ ਢਿੱਲੋਂ ਸਾਹਿਬ ਥੋੜਾ ਜਿਹਾ ਮਾਰਕੀਟ ਦਾ ਰੁਝਾਨ ਦੱਸਦਾ। ਮਾਰਕੀਟ ਦਾ ਰੁਝਾਨ ਕੀ ਰਿਹਾ ਕਿ ਆਹ ਜਿਹੜਾ ਹਫਤਾ ਸੀ, ਪਿਛਲਾ ਇੱਕ ਹਫਤਾ ਸੀ, ਜਿਵੇਂ ਪਿਛਲੇ ਫਰਾਈਡੇ ਤੋਂ ਲੈ ਕੇ ਅੱਜ ਤੱਕ ਮਤਲਬ ਜਿਹੜੀਆਂ ਨੰਬਰ ਆਫ ਸੇਲਸ ਨੇ ਉਹਨਾਂ ਦੇ ਵਿੱਚ ਬੜਾ ਥੋੜਾ ਜਿਹਾ ਡ੍ਰੌਪ ਆਇਆ, ਮਤਲਬ ਕੋਈ ਜ਼ਿਆਦਾ ਡ੍ਰੌਪ ਨਹੀਂ ਆਇਆ, ਪਰ ਜਿਹੜਾ ਨੰਬਰ ਆਫ ਲਿਸਟਿੰਗਸ ਨੇ ਉਹ ਉੱਪਰ ਗਈਆਂ ਨੇ। ਬਿਲਕੁਲ, ਮਤਲਬ ਨੰਬਰ ਆਫ ਲਿਸਟਿੰਗ ਦਾ ਉੱਪਰ ਜਾਣਾ ਇੱਕ ਨਾਰਮਲ ਹੈ, ਕਿਉਂਕਿ ਜੂਨ ਦਾ ਮਹੀਨਾ ਵਾ ਜਿਹੜਾ ਉਹ ਹਮੇਸ਼ਾ ਸਭ ਤੋਂ ਬਿਜ਼ੀਐਸਟ ਮੰਥ ਹੁੰਦਾ ਆਪਣਾ ਰੀਅਲ ਸਟੇਟ ਇੰਡਸਟਰੀ ਦੇ ਵਿੱਚ, GTA ਦੇ ਵਿੱਚ, ਕਿਉਂਕਿ ਸਪਟੰਬਰ ਤੋਂ ਸਕੂਲ ਸੈਸ਼ਨ ਸਟਾਰਟ ਹੁੰਦੇ ਨੇ। ਸਾਰੇ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਟਾਈਮ ਦੇ ਵਿੱਚ ਘਰ ਬਾਏ ਕੀਤਾ ਜਾਵੇ ਔਰ ਸੈਲ ਕੀਤਾ ਜਾਵੇ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਨੂੰ ਸੈਟਲ ਕਰ ਦਿੱਤਾ ਜਾਵੇ। ਬਿਲਕੁਲ। ਔਰ ਇਹ ਜਿੱਦਾਂ ਕਹਿ ਲਓ ਕਿ ਜਿਵੇਂ ਪਿਛਲੇ 7 ਤਰੀਕ ਨੂੰ ਆਪਣੇ ਇੰਟਰਸਟ ਰੇਟ ਦੇ ਵਿੱਚ ਮਤਲਬ ਜਿਹੜਾ ਕਿ ਇਨਕਰੀਜ਼ ਹੋਈ ਸੀ, ਉਹਦੇ ਕਰਕੇ ਲੋਕਾਂ ਦਾ ਥੋੜਾ ਜਿਹਾ ਮੋਮੈਂਟਮ ਤਾਂ ਮਾਰਕੀਟ ਦੇ ਵਿੱਚ ਡਾਊਨ ਹੋਇਆ ਸੀ। ਪਰ ਜਿਵੇਂ ਕਹਿ ਲਓ ਕਿ ਦੂਸਰੀ ਗੱਲ ਇਹ ਹੈ ਕਿ ਘਰ ਤੋਂ ਬਿਨਾਂ ਤੁਸੀਂ ਰਹਿ ਨਹੀਂ ਸਕਦੇ, ਕਿ ਤੁਹਾਨੂੰ ਘਰ ਲੈਣਾ ਹੀ ਪੈਣਾ ਵਾ ਜੇ ਤੁਸੀਂ ਰਹਿਣਾ ਵਾ ਜੀ ਇਸ ਆਪਣੇ ਕੰਟਰੀ ਦੇ ਵਿੱਚ, ਜਾਂ ਆਪਾਂ GTA ਦੀ ਮਾਰਕੀਟ ਦੇ ਵਿੱਚ ਰਹਿਣਾ ਚਾਹੁੰਦੇ ਆ। ਅੱਗੇ ਜਾ ਕੇ ਦੀਪਕ ਤੁਹਾਡੇ ਨਾਲ ਕੁਝ ਸਟੈਟਸ ਵੀ ਸ਼ੇਅਰ ਕਰਨਗੇ ਕਿ ਇਸ ਸਾਲ ਇਮੀਗ੍ਰੇਸ਼ਨ ਕਿੱਦਾਂ ਹੋਈ ਔਰ ਕੀ ਉਹਦਾ ਇੰਪੈਕਟ ਆ ਜਿਹੜਾ ਰੀਅਲ ਸਟੇਟ ਮਾਰਕੀਟ ਦੇ ਉੱਤੇ ਰਹੂਗਾ। ਓਵਰਆਲ ਮੈਂ ਢਿੱਲੋਂ ਸਾਹਿਬ ਇਹ ਗੱਲ ਕਹੂੰਗਾ ਕਿ ਮਾਰਕੀਟ ਦੇ ਵਿੱਚ ਨੰਬਰ ਆਫ ਸੇਲਸ ਦੇ ਵਿੱਚ ਕਾਫੀ ਸਟੇਬਿਲਿਟੀ ਨਜ਼ਰ ਆ ਰਹੀ ਆ ਜੀ, ਬਟ ਨੰਬਰ ਆਫ ਜਿਹੜੀਆਂ ਲਿਸਟਿੰਗਸ ਨੇ ਉਹ ਥੋੜਾ ਜਿਹਾ ਜਿਹੜੀਆਂ ਨੇ ਉੱਪਰ ਜਾ ਰਹੀਆਂ ਨੇ, ਜਿਹੜਾ ਕਿ ਨਾਰਮਲ ਆ। ਉਹ ਇਸ ਟਾਈਮ ਦੇ ਉੱਤੇ ਨੰਬਰ ਆਫ ਜਿਹੜਾ ਕਿ ਉਹਦੇ ਮੁਤਾਬਕ ਉਹ ਬਿਲਕੁਲ ਨੰਬਰ ਜਿਹੜਾ ਹਜੇ ਵੀ, ਵੈਸੇ ਜੇ ਟ੍ਰੈਡੀਸ਼ਨਲੀ ਦੇਖਿਆ ਜਾਵੇ ਹਜੇ ਵੀ ਕਾਫੀ ਲੋ ਹੈ ਨੰਬਰ ਲੋ ਹਜੇ। ਜੇ ਆਪਾਂ ਵੈਸੇ ਇੱਕ ਨਾਰਮਲ ਮਾਰਕੀਟ ਦੇ ਕੰਪੈਰੀਟਿਵਲੀ ਗੱਲ ਕਰੀਏ ਤਾਂ ਇਨਵੈਂਟਰੀ ਦਾ ਨੰਬਰ ਹਜੇ ਵੀ ਹੈ ਜਿਹੜਾ ਉਹ ਲੋ ਨੰਬਰ ਹੈ। ਬਿਲਕੁਲ। ਦੀਪਕ, ਤੁਸੀਂ ਸ਼ੇਅਰ ਕਰ ਰਹੇ ਸੀਗੇ ਇਮੀਗ੍ਰੇਸ਼ਨ ਦੇ ਕੁਝ ਅੰਕੜੇ ਜਿਹੜੇ ਸੀਗੇ, ਦੱਸੋ ਉਹਦੇ ਬਾਰੇ ਚ ਪਲੀਜ਼। ਮੈਂ ਪੜ੍ਹ ਰਿਹਾ ਸੀਗਾ ਇੱਕ ਆਰਟੀਕਲ, ਉਹਦੇ ਵਿੱਚ ਲਿਖਿਆ ਸੀਗਾ ਕਿ ਜਿਹੜੇ 2022 ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਹੋਈ ਹੈ ਜੀ, ਉਹ ਸਭ ਤੋਂ ਹਾਈਐਸਟ ਕਹਿ ਲਓ ਕਿ 1 ਮਿਲੀਅਨ ਜਿਹੜਾ ਇਮੀਗ੍ਰੈਂਟ ਉਹ ਕੈਨੇਡਾ ਦੇ ਵਿੱਚ ਆਇਆ।
ਕਿਉਂਕਿ ਆਈ ਥਿੰਕ ਜਿਹੜਾ ਬੈਕਲੌਗ ਸੀਗਾ ਕੋਵਿਡ ਦੇ ਟਾਈਮ ਦਾ, ਉਹਨਾਂ ਨੇ ਇੱਕਦਮ ਜਿਹੜਾ ਫਲੱਡ ਜਿੱਦਾਂ ਕਹਿੰਦੇ ਆ ਕਿ ਫਲੱਡ ਗੇਟਸ ਖੋਲ ਦਿੱਤੇ ਨੇ। तो 1 ਮਿਲੀਅਨ ਜਿਹੜਾ ਲੋਕ ਆ ਉਹ ਕੈਨੇਡਾ ਵਿੱਚ ਅਰਾਈਵ ਹੋਏ ਨੇ। ਔਰ ਹੁਣ ਜੇ ਇੱਕ ਪੋਪੂਲੇਸ਼ਨ ਦੀ ਗੱਲ ਕਰੀ ਕੈਨੇਡਾ ਦੀ, ਤੇ ਉਹ 40 ਮਿਲੀਅਨ ਨੂੰ ਕ੍ਰਾਸ ਕਰ ਗਈ, ਜਿਹੜੀ ਅੱਗੇ 35-36 ਮਿਲੀਅਨ ਤੱਕ ਆਪਾਂ ਸੁਣਦੇ ਹੁੰਦੇ ਸੀ। ਬਿਲਕੁਲ। ਔਰ ਮੈਂ ਕੱਲ ਸੁਣ ਕੇ ਥੋੜਾ ਹੈਰਾਨ ਹੋਇਆ ਵੀ 40 ਮਿਲੀਅਨ। आई थिंक दीपक को एक कॉल ले लिए जी। वेलकम टू द शो, थैंक्स फॉर कॉलिंग। कौन सा बोल रहे हैं? अरोड़ा साहब, मैं बात कर रहा हूँ जी यूएसए से। जी, यूएसए से बात कर रहा हूँ। मोस्ट वेलकम सर। मैं आपका ये शो देखता हूँ, आई लाइक इट, और बहुत इंफॉर्मेशन इसके जरिए मिलती है, आगाही बहुत होती है। तो मैं ये चाह रहा था कि कुछ काम मैं कनाडा के अंदर भी करना चाहता हूँ। जी, तो आप अभी बिजनेस वगैरह में भी डील करते हैं, गैस स्टेशन वगैरह, या इस किस्म की कोई, अगर हम यहाँ पे कुछ काम करना चाहें? जी बिल्कुल। हम कमर्शियल रियल एस्टेट में भी डील करते हैं। हमारे पास पूरा इंफ्रास्ट्रक्चर है, एक डेडिकेटेड टीम है हमारी कमर्शियल रियल एस्टेट के लिए। तो आप मुझे अपना नंबर, जो ये आपका ऊपर स्क्रीन पे आ रहा है, यही नंबर है जी आपका? यही नंबर है मेरा। लास्ट डिजिट 1976। जी 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 जी। ये मैं अपने, मेरे भाई यही होते हैं, आपके यहाँ होते हैं, उन्हीं के नंबर से कर रहा हूँ। ठीक है सर। आपका नाम? कनाडा में ही होते हैं। आपका नाम? जी सर आपका नाम? मुझे सैम के नाम से आप देखते हैं। जी जी, शुक्रिया बहुत बहुत। मैं इंटरेस्टेड हूँ गैस स्टेशन या कोई रनिंग टाइप के टर्न की बिजनेस के अंदर। जी जी, शो के बाद आपसे मैं कॉल करके सारी तफसील आपसे ले लूं। ऐसा पॉसिबल है कि मैं सेकंड और थर्ड में भी मैं आई एम इन कनाडा, तो मैं आपसे कांटेक्ट कर लूं सेकंड और थर्ड को? बिल्कुल जी बिल्कुल। आप किसी वक्त भी कॉल करके आप मुझे अपना नंबर दे दें ताकि मैं आपको आके कर लूं बस। जी जी, आप हमारे ऑफिस में कॉल कर सकते हैं 416 910 8923। और आप कहिएगा कि आपने खुद से ही बात करनी है, सैम से ही बात करनी है। मुझे भी सैम ही कहते हैं, सैम ढिल्लों। बहुत बहुत शुक्रिया सर। नहीं, मैं सेकंड और थर्ड को मैं वहाँ होऊंगा। जी जी, तो मैं पर्सनली बैठ के फिर बात करेंगे, वो ज्यादा कुछ बेहतर होगा। मोस्ट वेलकम सर, मोस्ट वेलकम। ओके सर, थैंक यू। जी सैम जी, तो हम बात कर रहे थे उसके ऊपर जो इमिग्रेशन का। जो 2022 में ऑलमोस्ट मिलियन लोग यहाँ पर आए हैं, और कनाडा की जो पॉपुलेशन है वो 40 मिलियन को क्रॉस कर गई है जी। तो अगर उस हिसाब से देखें तो कोई डिमांड तो आगे बढ़ने ही वाली है, क्योंकि जो मिलियन लोग आए सबको घर तो चाहिए। बिल्कुल। वो आज नहीं लेंगे, साल 2 साल रुक के वो भी प्रोसेस में ही आएंगे। बिल्कुल। तो डिमांड यहाँ पर वो हमेशा होता है, जैसे थोड़ा इंटरेस्टेड, जैसे प्रवीण जी ने कहा कि बढ़ गया है, उसे थोड़ा सा बाहर अपने आप को साइडलाइन जरूर करता है, बट फेंस भी रहता है। बिल्कुल। जैसे कुछ उसको अपॉर्चुनिटी मिलती है तो वो ग्रैब करने की कोशिश करता है। वो हमने रिसेंटली देखा, जो जनवरी से मार्च में प्राइस जो थोड़े ऊपर भी गए हैं 4%। सो थोड़ा सा सीजन में जैसे इन्वेंट्री बढ़ती है जून में, बट अभी भी अगर मैं देखूं 100-150 अगर लास्ट ईयर कंपैरेटिवली कम ही है। बिल्कुल। लास्ट ईयर 1000 क्रॉस कर गए थे, अभी भी हम 900 के आसपास चल रहे हैं। जी जी जी। तो प्रवीण जी, हम बात कर रहे थे, सॉरी पंजाबी च ਆਪਾਂ ਗੱਲ ਕਰ ਰਹੇ ਸੀਗੇ। ਦੀਪਕ ਤੁਸੀਂ ਠੀਕ ਹੈ ਸੌਰੀ ਸ਼ੁਰੂ ਕੀਤਾ ਤੇ ਮਾਫ ਜੀ। ਹਾਂਜੀ, ਸੋ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਕੀ ਫਾਇਦੇ ਨੇ, ਕੀ ਮੌਕੇ ਨੇ ਇਸ ਡਿਫਿਕਲਟ ਮਾਰਕੀਟ ਦੇ ਵਿੱਚ। ਤੁਸੀਂ ਕਿਵੇਂ ਦੇਖਦੇ ਹੋ ਇਸ ਮਾਰਕੀਟ ਨੂੰ? ਜਿਸ ਤਰ੍ਹਾਂ ਢਿੱਲੋਂ ਸਾਹਿਬ ਮੈਂ ਦੱਸਿਆ ਕਿ ਕੋਈ ਵੀ ਮਾਰਕੀਟ ਆ, ਜਦੋਂ ਵੀ ਉਸ ਮਾਰਕੀਟ 'ਚ ਡਿਫਿਕਲਟ ਕੋਈ ਸਿਚੁਏਸ਼ਨ ਹੁੰਦੀ ਹੈ, ਉਹਦੇ ਕੁਝ ਅਪਰਚੁਨਿਟੀਜ਼ ਵੀ ਹੁੰਦੀਆਂ ਨੇ। ਔਰ ਮੈਂ ਅੱਜ ਮਤਲਬ ਆਪਣੇ ਜਿਹੜੇ ਦਰਸ਼ਕਾਂ ਨਾਲ ਆ, ਉਹ ਅਪਰਚੁਨਿਟੀਜ਼ ਨੇ ਜਿਹੜੀਆਂ, ਉਹਨਾਂ ਬਾਰੇ ਗੱਲ ਕਰਨੀ ਚਾਹ ਰਿਹਾ ਕਿ ਅਪਰਚੁਨਿਟੀਜ਼ ਜਿਹੜੀਆਂ ਮੈਂ ਉਹ ਸ਼ੇਅਰ ਕਰਨੀਆਂ ਚਾਹ ਰਿਹਾ ਜੀ। ਉਹਦੇ 'ਚ ਮੈਂ ਢਿੱਲੋਂ ਸਾਹਿਬ ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਇਹ ਆ ਕਿ ਨੋ ਡਾਊਟ ਜਿਹੜੀ ਰੀਸੇਲ ਮਾਰਕੀਟ ਆ, ਜਿਹੜੀ ਰੀਸੇਲ ਮਾਰਕੀਟ ਦੇ ਵਿੱਚ ਅੱਜ
ਇਨਵੈਂਟਰੀ ਦਾ ਜਿਹੜਾ ਨੰਬਰ ਆ ਜੀ ਉਹ ਥੋੜਾ ਵੱਧ ਜ਼ਰੂਰ ਰਿਹਾ, ਬਿਲਕੁਲ ਬਟ ਇੱਕ ਵਧੀਆ ਚੀਜ਼ ਅੱਜ ਰੀਸੇਲ ਮਾਰਕੀਟ ਦੇ ਵਿੱਚ ਕੀ ਹੋ ਰਹੀ ਆ ਕਿ ਜਦੋਂ ਉਹ ਇਨਵੈਂਟਰੀ ਦਾ ਨੰਬਰ ਵੱਧ ਰਿਹਾ ਤਾਂ ਜਿਹੜਾ ਬਾਇਰ ਕਿਸੇ ਵੀ ਏਰੀਆ ਦੇ ਵਿੱਚ ਪ੍ਰਾਪਰਟੀ ਲੈਣੀ ਚਾਹ ਰਿਹਾ ਸੀ ਜਾਂ ਪ੍ਰਾਪਰਟੀ ਦੇਖ ਰਿਹਾ ਸੀ, ਅੱਜ ਉਹਨੂੰ ਘੱਟੋ ਘੱਟ ਪ੍ਰਾਈਸ ਤਾਂ ਇੱਕ ਅਲੱਗ ਚੀਜ਼ ਆ, ਉਹਨੂੰ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਪ੍ਰਾਪਰਟੀ ਮਿਲ ਰਹੀ ਹੈ। ਇਹ ਚੀਜ਼ ਆ ਜੀ। ਔਰ ਦੂਸਰੀ ਚੀਜ਼ ਇੱਕ ਮਾਰਕੀਟ ਦੇ ਵਿੱਚ ਬੜੀ ਵਧੀਆ ਉਹ ਇਹ ਹੋ ਰਹੀ ਹੈ ਕਿ ਜਿਵੇਂ ਜਿਵੇਂ ਰੀਸੇਲ ਮਾਰਕੀਟ ਦੇ ਵਿੱਚ ਪ੍ਰਾਈਸ ਐਡਜਸਟ ਹੋਇਆ ਵਾ, ਜਿਹੜੇ ਬਿਲਡਰ ਸੀਗੇ ਜਿਨ੍ਹਾਂ ਨੇ ਕਿ ਪਹਿਲਾਂ ਆਪਣੇ ਪ੍ਰਾਈਸ ਐਡਜਸਟ ਨਹੀਂ ਸੀ ਕੀਤੇ ਗਏ, ਹੁਣ ਉਹਨਾਂ ਨੇ ਆਪਣਾ ਪ੍ਰਾਈਸ ਮਾਰਕੀਟ ਦੇ ਮੁਤਾਬਕ ਐਡਜਸਟ ਕਰਨਾ ਸ਼ੁਰੂ ਕਰਤਾ। ਇੱਕ ਸਭ ਤੋਂ ਵੱਡੀ ਅਪਰਚੂਨਿਟੀ ਜਿਹੜੀ ਹੈ ਢਿੱਲੋਂ ਸਾਹਿਬ ਅੱਜ ਮਾਰਕੀਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਕਿ ਜਿਹੜੇ ਬਿਲਡਰ ਨੇ ਪਹਿਲਾਂ 2 ਮਿਲੀਅਨ ਦਾ ਘਰ ਵੇਚਿਆ, ਅੱਜ ਉਹੀ ਬਿਲਡਰ 2 ਮਿਲੀਅਨ ਦਾ ਘਰ ਆ ਜਿਹੜਾ 1.5 1.6 ਤੇ ਵੇਚ ਰਿਹਾ। ਹੁਣ ਤੁਸੀਂ ਅੱਗੇ ਜਾ ਕੇ ਦੇਖਣਾ ਕਿ ਜਿਹੜੀ ਮਿਲਟਨ ਦੇ ਵਿੱਚ ਜਿਹੜੀ ਅਪਰਚੂਨਿਟੀ ਆ ਰਹੀ ਆ, ਈਵਨ ਮੈਂ ਖੁਦ ਉਹਦਾ ਪ੍ਰਾਈਸ ਰੇਂਜ ਸੁਣ ਕੇ ਹੈਰਾਨ ਹੋਇਆ ਕਿ ਉਹਦਾ ਰੀਜ਼ਨ ਕਿਉਂ ਆ, ਕਿ ਮੈਂ ਕਿਉਂ ਪ੍ਰਾਈਸ ਰੇਂਜ ਉਹਦਾ ਸੁਣ ਕੇ ਹੈਰਾਨ ਹੋਇਆ ਕਿ ਜਿਹੜੇ ਆਪਾਂ ਉੱਥੇ ਰੀਸੇਲ ਮਾਰਕੀਟ ਦੇ ਵਿੱਚ ਢਿੱਲੋਂ ਸਾਹਿਬ ਆਪਾਂ ਘਰ ਵੇਚ ਰਹੇ ਆ ਜੀ, ਔਰ ਜਿਸ ਪ੍ਰਾਈਸ ਤੇ ਬਿਲਡਰ ਅੱਜ ਪ੍ਰਾਈਸ ਲਾਂਚ ਕਰਨ ਜਾ ਰਿਹਾ ਉਹਨਾਂ ਘਰਾਂ ਦਾ ਆਪਾਂ ਰੀਸੇਲ ਮਾਰਕੀਟ ਦੇ ਵਿੱਚ ਪ੍ਰਾਈਸ ਉਸ ਤੋਂ ਜ਼ਿਆਦਾ ਤੇ ਵੇਚ ਰਹੇ ਆ। ਬਿਲਕੁਲ। ਔਰ ਇਹ ਜਦੋਂ ਮੈਂ ਰੀਅਲ ਸਟੇਟ ਸ਼ੁਰੂ ਕੀਤੀ ਸੀ ਅੱਜ ਤੋਂ 18 ਸਾਲ ਪਹਿਲਾਂ, ਉਦੋਂ ਇੱਕ ਬੇਸਿਕ ਜਿਵੇਂ ਕਹ ਲੋ ਕਿ ਚੀਜ਼ ਹੁੰਦੀ ਸੀ ਕਿ ਜਦੋਂ ਵੀ ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਚੀਜ਼ ਬਾਏ ਕਰਦੇ ਹੋ, ਜੇ ਉਹਦਾ ਪ੍ਰਾਈਸ ਰੀਸੇਲ ਮਾਰਕੀਟ ਤੋਂ ਥੱਲੇ ਆ, ਉਹਨੂੰ ਅੱਜ ਉਸ ਟਾਈਮ ਦੇ ਮੁਤਾਬਕ ਬੈਸਟ ਇਨਵੈਸਟਮੈਂਟ ਕਿਹਾ ਜਾਂਦਾ ਸੀ। ਇਹ ਜਿਹੜੀ ਚੀਜ਼ ਆ ਅੱਜ ਤੋਂ ਮੈਂ 15-18 ਸਾਲ ਪਹਿਲਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਦੇ ਬਾਰੇ ਗੱਲ ਕਰਨਾ ਕਿ ਅੱਜ ਤੋਂ 15-18 ਸਾਲ ਪਹਿਲਾਂ ਪ੍ਰੀ ਕੰਸਟਰਕਸ਼ਨ ਮਾਰਕੀਟ ਕਿੱਦਾਂ ਹੁੰਦੀ ਸੀ। ਬਿਲਕੁਲ। ਫਿਰ ਇੱਕ ਟਾਈਮ ਇਹੋ ਜਿਹਾ ਆ ਗਿਆ ਢਿੱਲੋਂ ਸਾਹਿਬ ਕਿ ਜਿਹੜੀ ਪ੍ਰੀ ਕੰਸਟਰਕਸ਼ਨ ਮਾਰਕੀਟ ਆ ਉਹ ਇੱਕ ਰੀਸੇਲ ਮਾਰਕੀਟ ਦੇ ਬਿਲਕੁਲ ਬਰਾਬਰ ਆ ਗਈ ਕਿ ਜਿਸ ਪ੍ਰਾਈਸ ਤੇ ਰੀਸੇਲ ਮਾਰਕੀਟ 'ਚ ਤੁਹਾਨੂੰ ਚੀਜ਼ ਮਿਲਦੀ ਸੀ ਉਸੇ ਤੇ ਤੁਹਾਨੂੰ ਪ੍ਰੀ ਕੰਸਟਰਕਸ਼ਨ 'ਚ ਮਿਲਣ ਲੱਗੀ ਸੀ। ਜੇ ਆਪਾਂ ਪਿਛਲੇ 5-6 ਸਾਲਾਂ ਦਾ ਰੁਝਾਨ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਚੀਜ਼ ਰੀਸੇਲ ਮਾਰਕੀਟ ਨਾਲੋਂ, ਜੇ ਮੈਂ ਗਲਤ ਨਾ ਹੋਵਾਂ, 10-15% ਤੋਂ ਘੱਟ ਮਤਲਬ ਉੱਪਰ ਮਿਲਦੀ ਸੀਗੀ, ਉਸ ਤੋਂ ਥੱਲੇ ਤੁਹਾਨੂੰ ਕੁਝ ਵੀ ਨਹੀਂ ਸੀ ਮਿਲਦਾਗਾ। ਕੋਈ ਪ੍ਰੋਜੈਕਟ ਹੁੰਦਾ ਸੀ ਜਿਹੜਾ ਤੁਹਾਨੂੰ 5-7% ਗਰੋਥ ਤੇ ਉੱਤੇ ਮਿਲ ਜਾਵੇ ਜ਼ਿਆਦਾ, ਅਦਰਵਾਈਜ਼ 10 ਤੋਂ ਲੈ ਕੇ 15% ਉਹਦਾ ਪ੍ਰਾਈਸ ਆ ਜਿਹੜਾ ਮਾਰਕੀਟ ਦੇ ਵਿੱਚ ਰੀਸੇਲ ਨਾਲੋਂ ਉੱਪਰ ਹੁੰਦਾ ਸੀ। ਸੋ ਇਹ ਪਹਿਲੀ ਮਾਰਕੀਟ ਆ ਜੀ ਜਿਹੜੀ ਕਾਫੀ ਸਾਲਾਂ ਬਾਅਦ ਦੁਬਾਰਾ ਆ ਰਹੀ ਆ ਜਾਂ ਆ ਚੁੱਕੀ ਆ ਕਿ ਜਿਹਦੇ ਵਿੱਚ ਤੁਸੀਂ ਰੀਸੇਲ ਮਾਰਕੀਟ ਦੇ ਨਾਲੋਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਘੱਟ ਪ੍ਰਾਈਸ ਦੇ ਉੱਤੇ ਪ੍ਰਾਪਰਟੀ ਬਾਏ ਕਰ ਸਕਦੇ ਹੋ। ਇਹ ਜਿਹੜੀ ਆ ਮਾਰਕੀਟ ਦੇ ਵਿੱਚ ਸਭ ਤੋਂ ਵੱਡੀ ਅਪਰਚੂਨਿਟੀ ਆ। ਔਰ ਜੇ ਆਪਾਂ ਗੱਲ ਕਰੀਏ ਇਹ ਇਕੱਲਾ ਇੱਕ ਬਿਲਡਰ ਜਾਂ ਕੋਈ ਇੱਕ ਲੋਕੇਸ਼ਨ ਦੀ ਨਹੀਂ ਮੈਂ ਢਿੱਲੋਂ ਸਾਹਿਬ ਗੱਲ ਕਰ ਰਿਹਾ, ਇਹ ਚੀਜ਼ਾਂ ਹੁਣ ਸਾਨੂੰ ਸਲੋਲੀ ਅਕ੍ਰੋਸ ਦਾ GTA ਦੇਖਣ ਦੇ ਵਿੱਚ ਮਿਲ ਰਹੀਆਂ ਨੇ। ਬਾਕੀ ਅੱਗੇ ਚੱਲ ਕੇ ਦੀਪਕ ਤੇ ਚਾਹਤ ਵੀ ਇਹਦੇ ਬਾਰੇ ਜਾਣਕਾਰੀ ਦਿੰਦੇ ਨੇ ਕਿ ਇਹ ਕੋਈ ਇੱਕ ਪ੍ਰੋਜੈਕਟ ਬਾਰੇ ਨਹੀਂ ਮੈਂ ਗੱਲ ਕਰ ਰਿਹਾ, ਇਹ ਰੀਸੈਂਟਲੀ ਪਹਿਲਾਂ ਕੀ ਸੀਗਾ, ਚਲੋ ਅਸੀਂ ਕੌਂਡੋਜ਼ ਦੇ ਵਿੱਚ ਤਾਂ ਇਹ ਚੀਜ਼ ਦੇਖ ਰਹੇ ਸੀਗੇ ਪਿਛਲੇ ਕੁਝ ਟਾਈਮ ਤੋਂ, ਪਰ ਲੋ ਰਾਈਜ਼ ਦੇ ਵਿੱਚ ਢਿੱਲੋਂ ਸਾਹਿਬ ਇਹ ਚੀਜ਼ ਬਿਲਕੁਲ ਨਹੀਂ ਸੀ ਦੇਖਣ ਨੂੰ ਨਜ਼ਰ ਆ ਰਹੀ। ਬਟ ਹੁਣ ਲੋ ਰਾਈਜ਼ ਦੇ ਵਿੱਚ ਵੀ ਜਿਹੜੀ ਮੈਨੂੰ ਹੈਰਾਨੀ ਵਾਲੀ ਗੱਲ ਹੋ ਰਹੀ ਆ, ਉਹ ਕੱਲਾ ਇਹ ਨਹੀਂ ਵੀ ਕੋਈ ਛੋਟੇ ਲੋਟਸ ਦੇ ਉੱਤੇ ਇਹ ਚੀਜ਼ ਆ, ਕੱਲੇ ਛੋਟੇ ਲੋਟ ਹੀ ਨਹੀਂ, ਜਿਹੜੇ 32 ਫੀਟ ਵਾਲੇ ਲੋਟ ਆ, 30 ਫੀਟ ਵਾਲੇ ਲੋਟ ਆ, 40 ਫੀਟ ਵਾਲੇ ਲੋਟ ਆ, 50 ਫੀਟ ਵਾਲੇ ਜਿਹੜੇ ਲੋਟ ਆ ਜਿਹੜੇ ਕਿ ਮਿਲਦੇ ਨਹੀਂ ਸੀਗੇ ਅੱਜ ਦੀ ਮਾਰਕੀਟ ਦੇ ਵਿੱਚ, ਉਹਨਾਂ ਦੇ ਵਿੱਚ ਵੀ ਸਾਨੂੰ ਇਹ ਜਿਹੜੀ ਚੀਜ਼ ਆ ਦੇਖਣ ਨੂੰ ਨਜ਼ਰ ਆ ਰਹੀ ਆ। ਇਹ ਮੈਨੂੰ ਅੱਜ ਦੀ ਮਾਰਕੀਟ ਦੇ ਵਿੱਚ ਸਭ ਤੋਂ ਵੱਡੀ ਅਪਰਚੂਨਿਟੀ ਨਜ਼ਰ ਆ ਰਹੀ ਆ। ਅਗਰ ਕੋਈ ਵੀ ਆਦਮੀ ਮਤਲਬ ਪ੍ਰੀ ਕੰਸਟਰਕਸ਼ਨ ਦੇ ਵਿੱਚ ਅੱਜ ਦੀ ਮਾਰਕੀਟ ਦੇ ਵਿੱਚ ਕੋਈ ਚੀਜ਼ ਬਾਏ ਕਰਦਾ, ਔਰ ਮੈਂ ਇਹ ਨਹੀਂ ਕਹਿੰਦਾ ਕਿ ਡੋਂਟ ਗੈਟ ਮੀ ਰੌਂਗ ਕਿ ਤੁਸੀਂ ਕਿਸੇ ਵੀ ਪ੍ਰੋਜੈਕਟ 'ਚ ਬਾਏ ਕਰ ਲਓ, ਉਹਦੇ ਵਾਸਤੇ ਵੀ ਤੁਹਾਨੂੰ ਆਪਣਾ ਥੋੜਾ ਜਿਹਾ ਹੋਮਵਰਕ ਕਰਨ ਦੀ ਲੋੜ ਆ ਜਾਂ ਕਿਸੇ ਪ੍ਰੋਫੈਸ਼ਨਲ ਦੀ ਐਡਵਾਈਸ ਦੀ ਲੋੜ ਆ। ਅੱਜ ਵੀ ਪ੍ਰੀ ਕੰਸਟਰਕਸ਼ਨ ਮਾਰਕੀਟ ਦੇ ਵਿੱਚ ਕਈ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਰੀਸੇਲ ਤੋਂ ਉੱਤੇ ਨੇ। ਸੋ ਇਸ ਕਰਕੇ ਹਰੇਕ ਪ੍ਰੋਜੈਕਟ ਨੂੰ ਨਾ ਸਮਝੋ ਕਿ ਵੀ ਹਰੇਕ ਪ੍ਰੋਜੈਕਟ ਆ ਜਿਹੜਾ ਉਹ ਬੈਟਰ ਇਨਵੈਸਟਮੈਂਟ ਆ। ਉਹਦੇ ਚ ਅੱਜ ਜਿਹੜੇ ਇਹ ਪ੍ਰੋਜੈਕਟ ਨੇ ਥੋੜੇ ਪ੍ਰੋਜੈਕਟ ਨੇ, ਬਟ ਐਟ ਲੀਸਟ ਮਾਰਕੀਟ ਦੇ ਵਿੱਚ ਜਿਹੜਾ ਟ੍ਰੈਂਡ ਆ ਉਹ ਆਪਾਂ ਨੂੰ ਦੇਖਣ ਨੂੰ ਨਜ਼ਰ ਆ ਰਿਹਾ। ਔਰ ਮੈਂ ਇਹ ਗੱਲ ਕਹੂੰਗਾ ਕਿ ਜੇ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਬਾਏ ਕਰਨਾ ਚਾਹ ਰਹੇ ਹੋ, ਜੇ ਤੁਸੀਂ ਵਧੀਆ ਮਾਰਕੀਟ ਦੇ ਵਿੱਚ ਅਪਰਚੂਨਿਟੀ ਪਿਕ ਕਰਨਾ ਚਾਹ ਰਹੇ ਹੋ, ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਸਾਡੀ ਟੀਮ ਨਾਲ ਹੀ ਗੱਲ ਕਰੋ, ਕਿਸੇ ਵਧੀਆ ਪ੍ਰੋਫੈਸ਼ਨਲ ਦੀ ਐਡਵਾਈਸ ਲੈ ਕੇ ਪ੍ਰੋਜੈਕਟ ਨੂੰ ਸਟੱਡੀ ਕਰਕੇ ਫਿਰ ਉਹਦੇ ਚ ਇਨਵੈਸਟ ਕਰੋ। ਔਰ ਮੈਂ ਤੁਹਾਨੂੰ ਕਾਫੀ ਕੌਨਫੀਡੈਂਟਲੀ ਗੱਲ ਕਹਿ ਸਕਦਾ ਕਿ ਜਿਹੜੀ ਅੱਜ ਦੀ ਮਾਰਕੀਟ ਦੇ ਵਿੱਚ ਤੁਹਾਡੀ ਬਾਇੰਗ ਹੋਏਗੀ ਉਹ ਡੈਫੀਨੇਟਲੀ ਕਾਫੀ ਲੋਐਸਟ ਪ੍ਰਾਈਸ ਦੀ ਬਾਇੰਗ ਹੋਏਗੀ ਆਉਣ ਵਾਲੇ ਟਾਈਮਾਂ ਦੇ ਵਿੱਚ। ਪ੍ਰਵੀਨ ਜੀ, ਪ੍ਰਾਈਸ ਤਾਂ ਇੱਕ ਗੱਲ ਰਹਿ ਗਈ, ਜਿਹੜਾ ਉਹਦੇ ਨਾਲ ਬਿਲਡਰ ਜਿਹੜਾ ਇਨਸੈਂਟਿਵਸ ਦੇ ਰਿਹਾ ਆ, ਹਾਂਜੀ, ਉਹ ਸਮਝ ਲਈਏ ਸੋਨੇ ਤੇ ਸੁਹਾਗੇ ਵਾਲੀ ਗੱਲ। ਬਿਲਕੁਲ। ਇਹਦੇ ਵਿੱਚ ਸੈਮ ਜੀ ਮੈਂ ਇੱਕ ਗੱਲ ਐਡ ਕਰਨਾ ਚਾਹਾਂਗਾ, ਇਨਸੈਂਟਿਵ ਜਿੱਦਾਂ ਤੁਸੀਂ ਕਿਹਾ ਸਾਰੇ ਬਿਲਡਰ ਹੀ ਦੇ ਰਹੇ ਆਲਮੋਸਟ। ਬਿਲਕੁਲ। ਇਹਦੇ ਵਿੱਚ ਇੱਕ ਹੋਰ ਚੀਜ਼ ਬੜੀ ਵਧੀਆ ਐਡ ਹੋ ਰਹੀ ਹੈ ਜਿਹੜੀ ਅੱਜ ਦੀ ਡੇਟ 'ਚ ਮਿਲ ਰਹੀ ਹੈ, ਕੂਲਿੰਗ ਪੀਰੀਅਡ ਤੱਕ ਮਿਲ ਰਿਹਾ। ਇਹਦੇ ਤੁਸੀਂ ਸੁਣਿਆ ਕਿ ਡਿਟੈਚ ਹੋਮ 'ਚ ਤੁਹਾਨੂੰ ਕਦੇ 10 ਦਿਨ ਸੋਚਣ ਦਾ ਟਾਈਮ ਹੈ ਤੁਹਾਡੇ ਕੋਲ? ਨਹੀਂ ਹੈ ਜੀ।
ਅੱਜ ਦੀ ਡੇਟ ਦੇ ਵਿੱਚ ਤੁਸੀਂ ਨਾਮ ਲਓ, ਕਈ ਪ੍ਰੋਜੈਕਟ ਇਦਾਂ ਦੇ ਸਾਡੇ ਕੋਲ ਜਿਨ੍ਹਾਂ 'ਚ 10-10 ਦਿਨ ਦਾ ਕੂਲਿੰਗ ਪੀਰੀਅਡ ਦੇ ਰਿਹਾ। ਤੁਸੀਂ ਆਪਣੀ ਕਮਿਟਮੈਂਟ ਲੈਟਰ ਲੈ ਕੇ ਆਓ, ਤੁਹਾਡੇ ਕੋਲ 10 ਦਿਨ ਦਾ ਟਾਈਮ ਹੈ। ਬਿਲਕੁਲ ਜੋ ਤੁਹਾਨੂੰ ਨਹੀਂ ਮਿਲਦੀ ਤੁਸੀਂ ਆਪਣੇ ਡਿਪੋਜ਼ਿਟ ਵਾਪਸ ਲੈ ਲਓ। ਬਿਲਕੁਲ ਇਹਦਾ ਹਮੇਸ਼ਾ ਕੰਡੋਸ ਟਾਈਮ ਮਿਲਦਾ, ਬਟ ਇਹਦੇ ਵਿੱਚ ਡਿਟੈਚ ਜਾਂ ਟਾਊਨ ਹਾਊਸ 'ਚ ਨਹੀਂ ਮਿਲਦਾ। ਪਰ ਦੀਪਕ ਅੱਜ ਤੋਂ 15-16 ਸਾਲ ਪਹਿਲਾਂ ਇਦਾਂ ਹੀ ਹੁੰਦਾ ਸੀਗਾ। ਪਰ ਮੈਂ ਉਹੀ ਗੱਲ ਕਰ ਰਿਹਾ ਕਿ ਜੋ ਚੀਜ਼ਾਂ ਅੱਜ ਤੋਂ 15 ਸਾਲ ਪਹਿਲਾਂ ਹੋ ਰਹੀਆਂ ਸੀ, ਉਹ ਚੀਜ਼ਾਂ ਮਾਰਕੀਟ ਦੇ ਵਿੱਚ ਦੁਬਾਰਾ ਵਾਪਸ ਆਈਆਂ ਨੇ। ਔਰ ਇਹ ਕਿੰਨਾ ਟਾਈਮ ਰਹਿਣਗੀਆਂ, ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਆ। ਔਰ ਇੱਕ ਚੀਜ਼ ਮੈਂ ਬਾਰ-ਬਾਰ ਫਿਰ ਇਹ ਗੱਲ ਕਹਿ ਰਿਹਾ ਕਿ ਇਹ ਨਾ ਸਮਝੋ ਕਿ ਹਰੇਕ ਪ੍ਰੋਜੈਕਟ ਆ ਜਿਹੜਾ ਉਹ ਵਧੀਆ ਪ੍ਰੋਜੈਕਟ ਆ ਅੱਜ ਮਾਰਕੀਟ ਦੇ ਵਿੱਚ। ਹਰੇਕ ਪ੍ਰੋਜੈਕਟ ਨਹੀਂ ਮਾਰਕੀਟ ਦੇ ਵਿੱਚ ਵਧੀਆ, ਕਈ ਅੱਜ ਵੀ ਇਹੋ ਜਿਹੇ ਪ੍ਰੋਜੈਕਟ ਨੇ ਮਾਰਕੀਟ ਦੇ ਵਿੱਚ। ਮੈਂ ਇਸ ਚੀਜ਼ ਨੂੰ ਹੈਜੀਟੇਟ ਨਹੀਂ ਕਰੂੰਗਾ ਕਹਿਣ ਲੱਗਿਆ ਕਿ ਜਿਹੜੇ ਸਾਨੂੰ ਇਹ ਲੱਗਦਾ ਕਿ ਮਾਰਕੀਟ ਦੇ ਵਿੱਚ ਓਵਰ ਪ੍ਰਾਈਸ ਪ੍ਰੋਜੈਕਟ ਨੇ, ਉਹਨਾਂ ਪ੍ਰੋਜੈਕਟਸ ਦੇ ਵਿੱਚ ਨਹੀਂ ਚੀਜ਼ ਬਾਏ ਕਰਨੀ ਚਾਹੀਦੀ। ਸੋ ਇਸ ਕਰਕੇ ਮੇਰੀ ਇੱਕ ਤੁਹਾਨੂੰ ਮਤਲਬ ਜਿਵੇਂ ਕਹ ਲਓ ਆਪਣੀ ਨਿੱਜੀ ਰਾਏ ਆ ਮੇਰੀ, ਜਾਂ ਇੱਕ ਕਹ ਲਓ ਮੇਰੀ ਸੁਜੈਸ਼ਨ ਆ ਤੁਹਾਨੂੰ ਕਿ ਪ੍ਰੋਫੈਸ਼ਨਲ ਦੀ ਐਡਵਾਈਸ ਜ਼ਰੂਰ ਲਓ, ਚਾਹੇ ਤੁਸੀਂ ਪ੍ਰੀ ਕੰਸਟਰਕਸ਼ਨ ਮਾਰਕੀਟ ਦੇ ਵਿੱਚ ਵੀ ਬਾਏ ਕਰਨਾ ਚਾਹੁੰਦੇ ਹੋ। ਕਈ ਵਾਰ ਆਪਾਂ ਨੂੰ ਇਹ ਹੋ ਜਾਂਦਾ ਕਿ ਆਪਾਂ ਸਿੱਧਾ ਜਾ ਕੇ ਬਿਲਡਰ ਤੋਂ ਬਾਏ ਕਰ ਲਈਏ ਜੀ। ਬਿਲਕੁਲ ਜਾ ਸਕਦੇ ਹੋ ਬਿਲਡਰ ਕੋਲ ਤੁਸੀਂ ਸਿੱਧਾ, ਤੁਹਾਨੂੰ ਕੋਈ ਵੀ ਕਾਸਟ ਨਹੀਂ ਹੋਣੀ ਤੁਹਾਡੀ ਕਿਸੇ ਪ੍ਰੋਫੈਸ਼ਨਲ ਦੀ ਐਡਵਾਈਸ ਲੈਣ ਵਾਸਤੇ। ਇਸ ਕਰਕੇ ਪ੍ਰੋਫੈਸ਼ਨਲ ਦੀ ਐਡਵਾਈਸ ਜ਼ਰੂਰ ਲਓ, ਉਹਦੀ ਐਡਵਾਈਸ ਲੈਣ ਦੇ ਬਾਅਦ ਉਹ ਚੀਜ਼ ਨੂੰ ਸਟੱਡੀ ਕਰਨ ਤੋਂ ਬਾਅਦ ਫਿਰ ਉਹਦੇ ਵਿੱਚ ਇਨਵੈਸਟਮੈਂਟ ਕਰੋ। ਇਹਦੇ ਵਿੱਚ ਕੋਈ ਨਹੀਂ, ਇੱਕ ਹੋਰ ਚੀਜ਼ ਆ ਕਿ ਜਦੋਂ ਤੁਸੀਂ ਕਹਿੰਦੇ ਸਿੱਧਾ ਜਾ ਕੇ ਪਹੁੰਚੋ, ਮੈਂ ਕਹਿੰਦਾ ਸਿੱਧਾ ਵੀ ਚੱਲ ਜਾਓ, ਤੁਸੀਂ ਪ੍ਰਾਈਸ ਹੀ ਲੈ ਆਓ। ਹਾਂਜੀ, ਜੇ ਆਪਾਂ ਉਸ ਤੋਂ ਬੈਟਰ ਪ੍ਰਾਈਸ ਦੇ ਸਕੀ ਸਾਡੇ ਕੋਲ ਬਾਏ ਕਰ ਲਓ, ਨਹੀਂ ਤਾਂ ਸਿੱਧੀ ਬਾਏ ਕਰ ਲਓ। ਬਿਲਕੁਲ, ਇਹ ਵੀ ਤੁਹਾਡੀ ਗੱਲ ਸਹੀ ਹੈ। ਅਸੀਂ 100% ਕਮਿਟਮੈਂਟ ਦਿੰਨੇ ਆ, ਅਸੀਂ ਤੁਹਾਨੂੰ ਉਸ ਤੋਂ ਬੈਟਰ ਪ੍ਰਾਈਸ ਹੀ ਲੈ ਕੇ ਦੇਵਾਂਗੇ ਬਿਲਡਰ ਕੋਲ ਜੀ। ਔਰ ਸੈਮ ਜੀ ਇੱਕ ਚੀਜ਼ ਹੋਰ ਆ, इंसेंटिव मिल रहे हैं, बिल्कुल कूलिंग पीरियड मिल रहे हैं और कई बिल्डर कस्टमाइजेशन भी करने ਨੂੰ ਤਿਆਰ ਨੇ। ਬਿਲਕੁਲ ਉਹੀ ਮੈਂ ਕਹਿਣ ਵਾਲਾ ਸੀਗਾ ਕਿ ਜਿਹੜੇ ਪ੍ਰੀ ਕੰਸਟਰਕਸ਼ਨ ਘਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਆਪਣੀ ਚੋਇਸ ਦੀਆਂ ਉੱਥੇ ਟਾਈਲਾਂ ਯੂਜ਼ ਕਰ ਸਕਦੇ ਹੋ, ਆਪਣੀ ਚੋਇਸ ਦੀ ਕਿਚਨ ਤੁਸੀਂ ਲੈ ਸਕਦੇ ਹੋ, ਜੋ ਵੀ ਤੁਸੀਂ ਚਾਹੁੰਦੇ ਹੋ, ਜਿਵੇਂ ਵੀ ਤੁਸੀਂ मतलब कस्टमाइज करना चाहते हो बिल्कुल वो तुसी कर सकते हो। सैम जी वॉल्स तक भी कई रिमूव करने ਨੂੰ ਤਿਆਰ ਨੇ। बिल्कुल ਤੁਸੀਂ ਆਲਟਰੇਸ਼ਨ ਦੱਸੋ ਤੁਸੀਂ ਚਾਹੁੰਦੇ ਕਿੱਦਾਂ ਦੀ, ਜੋ ਲਾਅ ਕਰਦੀ ਉਹ ਵੀ ਕਰਨ ਨੂੰ ਤਿਆਰ ਨੇ ਜੀ। ਇਸ ਵੇਲੇ ਟਾਈਮ ਹੋ ਚੱਲਾ ਇੱਕ ਛੋਟੀ ਜੀ ਬ੍ਰੇਕ ਦਾ, ਅਸੀਂ ਬ੍ਰੇਕ ਤੋਂ ਬਾਅਦ ਇਹ ਡਿਸਕਸ਼ਨ ਜਿਹੜਾ ਕੰਟੀਨਿਊ ਕਰਾਂਗੇ। ਅਸੀਂ यूं ਗਏ और यूं वापस आए, ਤੁਸੀਂ ਕਿਤੇ ਨਾ ਜਾਇਓ, ਦੇਖਦੇ ਰਹੋ लाइव विद टीम अरोड़ा ऑन आवाज टीवी। हसीन लगना तो सभी चाहते हैं, मगर हुस्न का निखार तभी मुमकिन है जब आपका स्टाइलिस्ट हो एक्सपर्ट एंड क्वालिफाइड। ब्यूटी बार एंड ब्राइडल, ऑल एक्सपर्टीज इन वन पॉइंट। हमारे यहाँ थ्रेडिंग, लेटेस्ट फेशियल ट्रीटमेंट, बेस्ट बॉडी वैक्सिंग, मेकओवर जैसा आप चाहें, जबरदस्त ब्राइडल पैकेज, मैनिक्योर, पेडिक्योर, केराटिन ट्रीटमेंट, क्रायो हेयर ट्रीटमेंट और बहुत कुछ जो आपके हुस्न को चार चांद लगा दे। तो देर किस बात की, अभी विजिट कीजिए ब्यूटी बार एंड ब्राइडल। वी आर लोकेटेड एट 5150 Dixie Road, Unit 6, Mississauga. Award winning Indian beauty salon. For appointments call now 437-324-2885. Beauty Bar and Bridal, one stop beauty salon. आओ चले ईद बाजार, चलो चले ईद बाजार। चूड़ियां झुमके जूते पान लगाए, मेहंदी ले सामान, लेडीज जेंट्स कपड़े सूट, शेरवानी और सैंडल बूट, सुर्खी पाउडर और सिंगार, फ्री एंट्री इस बाजार। चीज मयारी सस्ते दाम, वहाँ की हर शे आए काम। आओ चले चलो चले ईद बाजार, presented by Awaz Entertainment and PJ International at Swagat Banquet Hall on 26 and 27 June. जी हम आपको बताते चलें समर फन फेस्ट। जी समर फन फेस्ट एक मरतबा फिर वापस आ रहा है आपके लिए बहुत बड़े पैमाने पे लेके, जहां खाने पीने के स्टॉल हैं और शॉपिंग है, एंटरटेनमेंट है, बच्चों के लिए झूलों का और कार्निवल का बंदोबस्त भी गया है। यहाँ पे शाम को फायरवर्क भी होगा। आप आए और आके इसमें पुररौनक मेमोरीज को अपनी यादगार बनाइए, अपने खानदान, अपने रिश्तेदारों को, अपने छोटे बड़ों सबको बता दें, दोस्तों अहबाबों को मुलाकात कीजिए। यहाँ पे 1 और 2 जुलाई, 1 एंड 2 जुलाई अपनी कैलेंडर में आप मार्क कर लीजिए। ईद और कनाडा डे एक साथ मनाएं। समर फन फेस्ट 1 एंड 2 जुलाई आइए, अपने और अपने घर वालों के साथ एंजॉय कीजिए। मुसलमान होने के नाते हमें इस बात पे फख्र है कि हम हलाल तरीके से जिंदगी गुजार रहे हैं, लेकिन आपको इस बात का कैसे पता चलेगा जिन हेल्थ सप्लीमेंट्स का इस्तेमाल कर रहे हैं वो हलाल हैं या नहीं? पेश करते हैं न्यूट्रिलक्स
हमारे पास बेहतरीन क्वालिटी और रेंज ऑफ हेल्थ सप्लीमेंट्स मौजूद हैं जो कि हलाल सर्टिफाइड हैं और 100% वीगन हैं। बच्चों के लिए हमारे पास मजेदार गमी की शक्ल में विटामिन्स मौजूद हैं जो उनकी जरूरी ग़िज़ाइयत को हासिल करना आसान और खुशगवार बनाते हैं। मर्दों के लिए हमारे सप्लीमेंट सेहतमंद और तंदुरुस्त रहने का आसान तरीका पेश करते हैं, चाहे आप एक एथलीट हो, बिजी प्रोफेशनल या पेरेंट। ख़वातीन के लिए हमारे सप्लीमेंट्स हैं जो आपकी मजमूई सेहत और तंदुरुस्ती में मदद करते हैं, चाहे आप अपनी एनर्जी को बढ़ाना चाहते हैं या अपने स्किन और बालों को सेहतमंद रखना चाहते हैं। और बुजुर्गों के लिए हमारे टैबलेट्स आपकी सेहत की खुसूसी जरूरियात को पूरा करने और आपकी उम्र के साथ साथ आपको एक्टिव और इंडिपेंडेंट रहने में एक अहम किरदार अदा करती है। न्यूट्रिलक्स सप्लीमेंट्स जिंदगी के हर मरहले के लिए, ताकि आप अपने हलाल अख्तार पर कायम रह सकें। HK Movers, home, offices, apartments and delivery, big or small, we move it all. HK Movers. Local and long distance, we also ship cars, Keller transport and moving services. For service with a smile, give us a call. Call Mr. Harminder 416-524-6704. 416-524-6704 पे. Visit 140 Advance Boulevard, Unit number 10, Brampton. Long distance moving specialist. HK Movers. HK Movers. Welcome to EB Electronics. Please call 647-762-3956. डिक्सी इलेक्ट्रॉनिक्स और अप्लायंसेस पिछले 16 सालों से खरीदारों की खिदमत कर रहे हैं। हम लगातार 4 सालों से खरीदारों की पहली पसंद बने रहने का अवार्ड हासिल कर चुके हैं। हम किचनर्स, बॉश, वर्लपूल, LG, सैमसंग और जनरल इलेक्ट्रिक के ऑथराइज्ड डीलर हैं। 5 स्टार खिदमत का लुत्फ लें। हम आप सभी को टीवी सबसे ज्यादा रियायती दामों पर देने की गारंटी देते हैं। www.dixieelectronics.ca हमारी वेबसाइट पर जाएं या अभी कॉल करें 905-625-5900। सभी बहुत ही मुनासिब कीमत पर दस्तयाब हैं जो आप बाआसानी से ले सकते हैं। At Dixie, we sell quality and deliver confidence. Zoc. Now it's fully renovated. Live catering, barbecue, tandoor, जलेबियाँ और फ्रेश नान। तकरीब आपके घर में हो या घर से बाहर, Zoc is providing full service now, and Zoc has opened a new banquet hall, garden event center. आपका Zoc देखकर लोग कहेंगे क्या Zoc है आपका? Call right now 905-625-7786. Zoc वालों के लिए। ਜੀ ਨਾਜ਼ਰੀਨ, ਵੈਲਕਮ ਬੈਕ ਟੂ ਦ ਸ਼ੋ। ਜਿਵੇਂ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ, ਪ੍ਰਵੀਨ ਜੀ ਨੇ ਓਪਰਚੁਨਿਟੀਜ਼ ਦੱਸੀਆਂ ਇਸ ਡਿਫਿਕਲਟ ਰੀਅਲ ਏਸਟੇਟ ਮਾਰਕੀਟ ਦੇ ਵਿੱਚ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅਸੀਂ ਇਸ਼ਾਰਾ ਕੀਤਾ ਸੀ ਕਿ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਲੈ ਕੇ ਆਏ ਹਾਂ ਜਿਹੜੇ ਕਿ ਬਿਲਕੁਲ ਓਪਰਚੁਨਿਟੀਜ਼ ਹੀ ਨੇ ਇਸ ਡਿਫਿਕਲਟ ਮਾਰਕੀਟ ਦੇ ਵਿੱਚ। ਸੋ ਚਾਹਤ ਪਹਿਲਾਂ ਮੈਂ ਦੱਸ ਦਿਆਂ ਕਿ ਜਿਹੜਾ ਪਹਿਲਾ ਪ੍ਰੋਜੈਕਟ ਹੈ ਉਹ ਸਾਡਾ ਮਿਲਟਨ ਦੇ ਏਰੀਏ ਦੇ ਵਿੱਚ ਹੈ। ਮਿਲਟਨ ਕਿਉਂਕਿ ਮਿਸਿਸਾਗਾ ਔਰ ਬਰੈਂਪਟਨ ਤੋਂ ਬਾਅਦ ਜੇ ਕੋਈ ਆਪਾਂ ਆਪਣੀ ਕਮਿਊਨਿਟੀ ਦੀ ਚੋਇਸ ਦੇਖੀਏ ਤੇ ਉਹ ਮਿਲਟਨ ਹੈ। ਬੜੀ ਸੈਂਟਰਲਾਈਜ਼ ਲੋਕੇਸ਼ਨ ਹੈ। ਹੁਣ ਤਾਂ ਮਿਲਟਨ ਦੇ ਵਿੱਚ ਆਪਣੇ ਸਾਰੇ ਗਰੋਸਰੀ ਸਟੋਰਸ, ਪਲੇਸਿਸ ਆਫ ਵਰਸ਼ਿਪ, ਜੋ ਸੁੱਖ ਸਹੂਲਤਾਂ ਮਿਸਿਸਾਗਾ ਬਰੈਂਪਟਨ ਦੇ ਵਿੱਚ ਨੇ ਉਹ ਆਲਮੋਸਟ ਸਾਰੀਆਂ ਹੀ ਮਿਲਟਨ ਦੇ ਵਿੱਚ ਵੀ ਆਪਾਂ ਨੂੰ ਮਿਲ ਰਹੀਆਂ ਨੇ। ਸੋ ਚਾਹਤ ਪਹਿਲਾਂ ਤਾਂ ਥੋੜਾ ਜਿਹਾ ਇਸ ਦੀ ਪ੍ਰੋਜੈਕਟ ਦੀ ਲੋਕੇਸ਼ਨ ਬਾਰੇ ਦੱਸੋ ਔਰ ਫਿਰ ਇਹਦੇ ਦੱਸੋ ਕਿ ਕੀ ਫਾਇਦੇ ਨੇ ਇਹ ਪ੍ਰੋਜੈਕਟ ਦੇ ਵਿੱਚ ਦੇਖਣ ਵਾਲਿਆਂ ਵਾਸਤੇ। ਰਾਈਟ, ਤਾਂ ਸਭ ਤੋਂ ਪਹਿਲਾਂ ਜੇ ਆਪਾਂ ਪ੍ਰੋਜੈਕਟ ਦੀ ਲੋਕੇਸ਼ਨ ਬਾਰੇ ਗੱਲ ਕਰੀਏ, ਇਹ ਪ੍ਰੋਜੈਕਟ ਲੋਕੇਟਡ ਹੈਗਾ ਹੈ ਹਾਈਵੇ 25 ਐਂਡ ਬ੍ਰਿਟਾਨੀਆ, ਜਿਹੜੀ ਕਿ ਬਹੁਤ ਵਧੀਆ ਇੱਕ ਐਸਟੈਬਲਿਸ਼ਡ ਕਮਿਊਨਿਟੀ ਹੈ। ਉੱਥੇ ਆਲਰੇਡੀ ਤੁਹਾਨੂੰ ਪਤਾ ਹੋਏਗਾ ਕਿ 16 ਮਾਈਲ ਕ੍ਰੀਕ
ਪਿਛਲੇ ਸਾਲ ਕਾਫੀ ਬਿਲਡਰਸ ਨੇ ਉੱਥੇ ਪ੍ਰੋਜੈਕਟ ਕੰਸਟਰਕਟ ਕੀਤੇ ਹੈ। ਥੋੜੀ ਬਹੁਤ ਮਿਡ ਸਾਈਜ਼ ਬਿਲਡਿੰਗਸ ਵੀ ਆ ਰਹੀਆਂ ਹੈ ਜਿਹੜੀ ਕਿ ਉਸ ਏਰੀਆ ਨੂੰ ਹੋਰ ਗਰੋਥ ਪੋਟੈਂਸ਼ੀਅਲ ਦੇ ਰਹੀਆਂ ਹੈ। ਤੇ ਹੁਣ ਨਵਾਂ ਪ੍ਰੋਜੈਕਟ ਆ ਰਿਹਾ ਹੈ ਬਿਲਕੁਲ ਹਾਈਵੇ 25 ਐਂਡ ਬ੍ਰਿਟਾਨੀਆ ਤੇ ਥਾਮਸਨ। ਆਪਾਂ ਇਹ ਕਹਿ ਸਕਦੇ ਹਾਂ ਚਾਹਤ ਕਿ ਜਿੱਦਾਂ ਜਿੱਥੇ ਮੈਟਮੀ ਦੇ ਬਹੁਤ ਜ਼ਿਆਦਾ ਘਰ ਬਣੇ ਹੋਏ ਨੇ, ਬਿਲਕੁਲ ਸਾਰਿਆਂ ਨੂੰ ਪਤਾ ਕਿ ਮਿਲਟਨ ਦੇ ਵਿੱਚ ਉਹ ਜਿਹੜਾ ਏਰੀਆ ਵਾ ਉਹ ਕਿਹੜਾ ਏਰੀਆ ਵਾ। ਰਾਈਟ, ਮੈਟਮੀ ਨੇ ਬਣਾਏ ਹੋਏ, ਉੱਥੇ ਪ੍ਰੀਮੌਂਟ ਨੇ ਬਣਾਏ ਹੋਏ ਆ, ਉੱਥੇ ਹੁਣ ਫੀਲਡ ਗੇਟ ਲੈ ਕੇ ਆ ਰਿਹਾ ਨਵਾਂ ਪ੍ਰੋਜੈਕਟ। ਗ੍ਰੇਟ ਗਲਫ ਨੇ ਉੱਥੇ ਘਰ ਬਣਾਏ ਹੋਏ, ਗ੍ਰੇਟ ਗਲਫ ਨੇ ਉੱਥੇ ਘਰ ਬਣਾਏ ਹੋਏ। ਤਾਂ ਏਰੀਆ ਜਿਹੜੇ ਲੋਕੀ ਮਿਲਟਨ ਵਿੱਚ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਏਰੀਆ ਬਹੁਤ ਹੀ ਵਧੀਆ ਏਰੀਆ ਹੈ। ਤਾਂ ਆਪਣੇ ਕੋਲ ਡੀਟੈਚ ਘਰ ਆ ਰਹੇ ਨੇ ਸਟਾਰਟਿੰਗ ਫਰਮ 1.2 30 ਫੀਟ ਸਿੰਗਲ ਕਾਰ ਗਰਾਜ, ਜਿਹੜਾ ਕਿ ਅੱਜ ਦੀ ਮਾਰਕੀਟ 'ਚ ਆਪਾਂ ਰੀਸੇਲ ਵਿੱਚ ਵੀ ਦੇਖੀਏ ਇਸ ਤੋਂ ਘੱਟ ਪ੍ਰਾਈਸ ਮੈਨੂੰ ਨਹੀਂ ਲੱਗਦਾ ਹੈਗਾ। ਇਸ ਤੋਂ ਜ਼ਿਆਦਾ ਵਿਕ ਰਿਹਾ, ਇਸ ਤੋਂ ਜ਼ਿਆਦਾ ਵਿਕ ਰਿਹਾ। ਸੈਮੀ ਡਿਟੈਚ ਇਸ ਪ੍ਰਾਈਸ ਤੇ ਵਿਕ ਰਹੇ ਨੇ ਮਿਲਟਨ ਜਿਸ ਟਾਈਮ, ਔਰ ਟਾਊਨ ਹਾਊਸ ਕਈ ਐਂਡ ਯੂਨਿਟ ਨੇ ਜਿਹੜੇ ਇਸ ਪ੍ਰਾਈਸ ਤੇ ਵਿਕ ਰਹੇ ਨੇ। ਰਾਈਟ, ਯੈਸ। ਤਾਂ ਆਪਣੇ ਕੋਲ 36 ਫੀਟ ਲਾਟ ਅਰਾਊਂਡ 1.4, 43 ਫੀਟ ਲਾਟ ਅਰਾਊਂਡ 1.8, ਜਿਹੜਾ ਕਿ ਪ੍ਰਾਈਸ ਹੈ ਉਹ ਅਸੀਂ ਇਸ ਲਈ ਸ਼ੁਰੂਆਤ ਵਿੱਚ ਕਿਹਾ ਸੀ ਕਿ ਬਹੁਤ ਵਧੀਆ ਓਪਰਚੁਨਿਟੀ ਹੈ ਬਿਕਾਜ਼ ਰੀਸੇਲ ਤੇ ਵੀ ਤੁਹਾਨੂੰ ਇਹ ਪ੍ਰਾਈਸ ਨਹੀਂ ਮਿਲੇਗਾ। ਅਸੀਂ ਇਹ ਗਾਰੰਟੀ ਨਾਲ ਕਹਿ ਸਕਦੇ ਹਾਂ ਕਿ ਰੀਸੇਲ ਮਾਰਕੀਟ ਵਿੱਚ ਵੀ ਇਹ ਪ੍ਰਾਈਸ ਅਵੇਲੇਬਲ ਨਹੀਂ ਹੈਗਾ। ਉੱਪਰੋਂ ਦੀ ਐਸ ਦੀਪਕ ਜਿਵੇਂ ਕਹਿ ਰਹੇ ਸੀ ਕਿ ਇਨਸੈਂਟਿਵਸ ਅਵੇਲੇਬਲ ਹੈ, ਤਾਂ ਬਿਲਕੁਲ ਜਿਵੇਂ ਅੱਗੇ ਕਦੀ ਵੀ ਬਿਲਡਰ ਸੈਂਟਰਲ ਏਸੀ ਵੈਰੀ ਰੇਅਰ, ਬਹੁਤ ਰੇਅਰ ਹੁੰਦਾ ਸੀ ਕਿ ਕੋਈ ਪ੍ਰੋਜੈਕਟ ਵਿੱਚ ਹੁੰਦਾ ਸੀ, ਤਾਂ ਉਹ ਇੱਕ ਬਹੁਤ ਵੱਡਾ ਇਨਸੈਂਟਿਵ ਅਵੇਲੇਬਲ ਹੈ। ਡੈਕੋਰ ਡਾਲਰਸ ਅਪ ਟੂ $30,000 ਅਵੇਲੇਬਲ ਨੇ। ਸਮੂਥ ਸੀਲਿੰਗਸ ਔਨ ਦਾ ਇੰਟਾਇਰ ਹੋਮ, ਮੇਨ ਸਮੂਥ ਸੀਲਿੰਗਸ, ਸੀਲਿੰਗ ਹਾਈਟ ਤੁਸੀਂ ਇੰਕਰੀਜ਼ ਕਰ ਸਕਦੇ ਹੋ। ਇੱਦਾਂ ਦੇ ਹੋਰ ਬਹੁਤ ਸਾਰੇ ਇਨਸੈਂਟਿਵਸ ਅਵੇਲੇਬਲ ਨੇ ਜਿਹੜੇ ਅਸੀਂ ਤੁਹਾਨੂੰ ਬਿਲਡਰ ਤੋਂ ਲੈ ਕੇ ਦੇ ਸਕਦੇ ਨੇ। ਤੇ ਪ੍ਰੋਜੈਕਟ ਲਾਂਚ ਹੋ ਰਿਹਾ ਹੈ ਕੱਲ ਸਵੇਰ ਹੀ। ਜੇ ਕੋਈ ਇੰਟਰਸਟਿਡ ਹੈਗਾ ਪਲੀਜ਼ ਕਾਲ ਕਰੋ, ਟੀਮ ਅਰੋੜਾ ਦਾ ਨੰਬਰ ਦਿੱਤਾ ਹੋਇਆ ਹੈ ਸਕਰੀਨ ਤੇ। ਅਦਰਵਾਈਜ਼ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ www.teamarora.com। ਇਸ ਤੇ ਚਾਹਤ ਇੱਕ ਚੀਜ਼ ਆਪਾਂ ਹੋਰ ਕਹਿਣੀ ਚਾਹਾਂਗੇ ਢਿੱਲੋਂ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਈਦ ਦਾ ਜਿਵੇਂ ਕਹਿ ਲਓ ਕਿ ਫੈਸਟੀਵਲ ਆ ਰਿਹਾ, ਬਿਲਕੁਲ ਅੱਜ ਫਰਾਈਡੇ ਆ, ਨੈਕਸਟ ਵੀਕ ਜੋ ਈਦ ਆ ਉਹ ਈਦ ਦੀ ਸੈਲੀਬ੍ਰੇਸ਼ਨ ਹੈ ਜੀ। ਔਰ ਆਪਾਂ ਈਦ ਮੇਲਾ ਵੀ ਹੈ ਜਿਹੜਾ ਮੰਡੇ ਤੇ ਟਿਊਜ਼ਡੇ ਆਪਾਂ 2 ਦਿਨ ਕਰ ਰਹੇ ਹਾਂ ਸਵਾਗਤ ਬੈਂਕਟ ਹਾਲ ਦੇ ਵਿੱਚ। ਸੋ ਕੋਈ ਵੀ ਜਿਹੜੇ ਸਾਡੇ ਵਿਊਅਰਸ ਨੇ ਅੱਜ ਤੋਂ ਲੈ ਕੇ ਈਦ ਤੱਕ ਉਹ ਸਾਡੇ ਨਾਲ ਇਹਨਾਂ ਜਿਹੜੇ ਅੱਜ ਅਸੀਂ 2 ਪ੍ਰੋਜੈਕਟ ਬਾਰੇ ਗੱਲ ਕਰਾਂਗੇ ਕਿਉਂਕਿ ਬਹੁਤ ਹੀ ਪ੍ਰਾਈਸ ਅਟਰੈਕਟਿਵ ਹੈ ਇਹਨਾਂ ਦੋਨਾਂ ਬਿਲਡ ਆਪਣੇ ਪ੍ਰੋਜੈਕਟਸ ਦਾ, ਇੱਕ ਇਥੋਂ ਦਾ ਔਰ ਇੱਕ ਬਰੈਂਪਟਨ ਦੇ ਪ੍ਰੋਜੈਕਟ ਦਾ। ਸਾਡੇ ਨਾਲ ਬਾਏ ਕਰਦੇ ਨੇ ਢਿੱਲੋਂ ਸਾਹਿਬ ਜਿਹੜੇ ਵੀ ਕੋਈ ਅੱਜ, ਤਾਂ ਉਹਨਾਂ ਨੂੰ ਇੱਕ ਸਪੈਸ਼ਲ ਇਨਸੈਂਟਿਵ ਟੀਮ ਅਰੋੜਾ ਕੰਨਿਓ ਦਿੱਤਾ ਜਾਏਗਾ ਉਹਨਾਂ ਨੂੰ ਜਿਹੜੇ ਵੀ ਸਾਡੇ ਨਾਲ ਇਹਦੇ ਤੇ ਲੋਟ ਬਾਈ ਕਰਦੇ ਆ। ਔਰ ਜਿਹੜਾ ਸਪੈਸ਼ਲ ਇਨਸੈਂਟਿਵ ਆ ਜਦੋਂ ਵੀ ਆਪਾਂ ਕੋਈ ਘਰ ਬਾਈ ਕਰਦੇ ਆ ਤਾਂ ਜਿਵੇਂ ਕਹ ਲਓ ਕਿ 골ਡ ਇੱਕ ਬੜਾ ਵਧੀਆ ਸ਼ਗਨ ਸਮਝਿਆ ਜਾਂਦਾ ਉਸ ਟਾਈਮ ਤੇ ਆਪਾਂ ਜਿਹੜੇ ਵੀ ਆਪਣੇ ਨਾਲ ਬਾਈ ਕਰਨਗੇ ਇੱਥੇ ਲੋਟ, ਆਪਾਂ ਉਹਨਾਂ ਨੂੰ ਉਹਦੇ ਨਾਲ ਇੱਕ 골ਡ ਦਾ ਕੁਆਇਨ ਆ ਜਿਹੜਾ ਉਹ ਫ੍ਰੀ ਦਿੱਤਾ ਜਾਏ। ਬਿਲਡਰ ਤਾਂ ਇਨਸੈਂਟਿਵ ਦੇ ਹੀ ਰਿਹਾ ਹੈ, ਟੀਮ ਅਰੋੜਾ ਵੱਲੋਂ ਤੁਹਾਨੂੰ ਇੱਕ 골ਡ ਦਾ ਕੁਆਇਨ ਦਿੱਤਾ ਜਾਏਗਾ ਜੇ ਤੁਸੀਂ ਈਦ ਤੱਕ ਇਸ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਤੁਸੀਂ ਸਾਡੇ ਨਾਲ ਬੁਕਿੰਗ ਕਰਦੇ ਹੋ। ਤੇ ਪ੍ਰਵੀਨ ਜੀ, ਜਿਵੇਂ ਆਪਾਂ ਦੇਖਿਆ ਕਿ ਬਿਲਡਰ ਇਨਸੈਂਟਿਵ ਤਾਂ ਦੇ ਰਿਹਾ ਕਿ ਉਹ ਇਨਕਲੂਜਨ ਕਰ ਰਿਹਾ, ਕੀ ਬਿਲਡਰ ਜਿਹੜਾ ਹੈ ਉਹ ਓਪਨ ਹੁੰਦਾ ਜੇ ਮੰਨ ਲਓ ਕਿਸੇ ਫਲੋਰ ਪਲਾਨ ਦੇ ਵਿੱਚ ਥੋੜਾ ਬਹੁਤ ਚੇਂਜ ਕਰਨਾ ਹੋਵੇ? ਉਹ ਢਿੱਲੋਂ ਸਾਹਿਬ ਇਹ ਹੈ ਕਿ ਫਲੋਰ ਪਲਾਨ ਦੇ ਵਿੱਚ ਵੀ ਚੇਂਜ ਕਰ ਦਿੰਦੇ ਨੇ, ਖਾਸ ਕਰਕੇ ਉਹ ਜਾ ਕੇ ਡੈਕੋਰ ਸੈਂਟਰ ਦੇ ਵਿੱਚ ਹੁੰਦੀਆਂ ਨੇ। ਮੇਬੀ ਇਮੀਡੀਏਟਲੀ ਔਨ ਸਾਈਟ ਤਾਂ ਪੋਸੀਬਲ ਨਾ ਹੋਵੇ ਕਿਉਂਕਿ ਉਹਨਾਂ ਨੂੰ ਸਮਟਾਈਮਸ ਆਪਣੇ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਨਾਲ ਕੰਸਲਟ ਕਰਨਾ ਪੈਂਦਾ। ਬਟ ਜੋ ਅੱਜ ਦੀ ਰੇਟ ਆ ਬਿਲਡਰਸ ਦੇ ਵਿੱਚ ਕਾਫੀ ਫਲੈਕਸੀਬਿਲਿਟੀ ਹੈ ਕਿਉਂਕਿ ਜਿਹੜੀ ਮਾਰਕੀਟ ਆ, ਮਾਰਕੀਟ ਦਾ ਇੰਪੈਕਟ ਸਾਰਿਆਂ ਤੇ ਹੀ ਹੈ ਜੀ। ਮਾਰਕੀਟ ਦਾ ਇੰਪੈਕਟ ਮਾਰਗੇਜ ਇੰਡਸਟਰੀ ਤੇ ਵੀ ਆ, ਮਾਰਕੀਟ ਦਾ ਇੰਪੈਕਟ ਰੀਅਲ ਸਟੇਟ ਇੰਡਸਟਰੀ ਤੇ ਵੀ ਹੈ, ਮਾਰਕੀਟ ਦਾ ਇੰਪੈਕਟ ਜਿਹੜੀ ਇਹਨਾਂ ਦੇ ਨਾਲ ਐਸੋਸੀਏਟਡ ਇੰਡਸਟਰੀ ਨੇ ਸਾਰੀਆਂ ਤੇ ਆ। ਔਰ ਬਿਲਡਰਸ ਨੂੰ ਵੀ ਪਤਾ ਕਿ ਇਸ ਮਾਰਕੀਟ ਦੇ ਵਿੱਚ ਜੇ ਉਹ ਥੋੜੀ ਬਹੁਤ ਫਲੈਕਸੀਬਿਲਿਟੀ ਦਿਖਾਣਗੇ ਤਾਂ ਹੀ ਉਹ ਆਪਣਾ ਪ੍ਰੋਡਕਟ ਆ ਉਹ ਸੈਲ ਕਰ ਸਕਦੇ ਨੇ। ਸੋ ਇਹੀ ਇੱਕ ਕਾਰਨ ਆ ਕਿ ਜਿਹੜਾ ਅੱਜ ਦਾ ਆਪਾਂ ਟੌਪਿਕ ਚੁਣਿਆ ਸੀ ਕਿ ਅਪਰਚੁਨਿਟੀ ਕੀ ਨੇ ਅੱਜ ਦੀ ਡਿਫਿਕਲਟ ਮਾਰਕੀਟ ਦੇ ਵਿੱਚ, ਜਿੱਥੇ ਵੀ ਪੋਸੀਬਲ ਹੁੰਦਾ ਤੁਹਾਡੇ ਲਈ ਕੋਈ ਜੇ ਤੁਸੀਂ ਬਾਏ ਕਰ ਸਕਦੇ ਹੋ। ਬਾਕੀ ਹਮੇਸ਼ਾ ਸਾਡੀ ਇੱਕ ਰਾਏ ਰਹੀ ਆ, ਤੁਹਾਨੂੰ ਇੱਕ ਹਮੇਸ਼ਾ ਅਸੀਂ ਸੁਜੈਸਟ ਕੀਤਾ ਕਦੇ ਵੀ ਪ੍ਰਾਪਰਟੀ ਬਾਏ ਨਾ ਕਰੋ ਜੇ ਤੁਹਾਡੇ ਕੋਲ ਆਪਣੀ ਖੁਦ ਦੀ ਡਾਊਨ ਪੇਮੈਂਟ ਨਹੀਂ ਹੈ। ਅਸੀਂ ਇਹ ਚੀਜ਼ ਕਦੇ ਵੀ ਸੁਜੈਸਟ ਨਹੀਂ ਕੀਤੀ। ਤੁਹਾਡੇ ਕੋਲ ਆਪਣੀ ਖੁਦ ਦੀ ਡਾਊਨ ਪੇਮੈਂਟ ਜਾਂ ਖੁਦ ਦਾ ਡਿਪੋਜ਼ਿਟ ਆ ਉਹ ਹੋਣਾ ਚਾਹੀਦਾ ਵਾ ਜਦੋਂ ਵੀ ਤੁਸੀਂ ਪ੍ਰਾਪਰਟੀ ਬਾਏ ਕਰਦੇ ਹੋ, ਤਾਂ ਕਿ ਤੁਹਾਨੂੰ ਪ੍ਰਾਪਰਟੀ ਕਲੋਜ਼ ਕਰਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਹੈ ਤਕਲੀਫ ਆ ਉਹਦਾ ਸਾਹਮਣਾ ਨਾ ਕਰਨਾ ਪਵੇ। ਜੀ ਰਵਿੰਦਰ, ਜਿੱਦਾਂ ਤੁਸੀਂ ਹੁਣੇ ਕਿਹਾ ਕਿ ਵੀ ਜਿੱਦਾਂ ਇੰਪੈਕਟ ਦੀ ਆਪਾਂ ਗੱਲ ਕਰ ਰਹੇ ਹਾਂ ਮਾਰਕੀਟ ਵਿੱਚ, ਦੇਖੋ ਇਹੀ ਜਿਹੜੇ ਪ੍ਰਾਈਸਿਸ ਨੇ, ਜੇ ਮੈਂ ਗਲਤ ਨਾ ਹੋਵਾਂ, ਕਈ ਲੋਕਾਂ ਨੇ 1.5 ਸਾਲ ਪਹਿਲਾਂ 2 ਮਿਲੀਅਨ ਪਲੱਸ ਦੇ ਘਰ ਖਰੀਦੇ ਨੇ। ਜਿਹੜਾ ਅੱਜ ਘਰ ਆਪਣੇ ਦੀਪਕ ਆਪਾਂ ਗੱਲ ਕਰ ਰਹੇ ਹਾਂ 1.2 ਮਿਲੀਅਨ ਦੀ ਜੀ,
ਜਿਹੜਾ ਕਿ ਮਿਲਟਨ ਦੇ ਵਿੱਚ ਅੱਜ ਆਪਾਂ 1.2 ਮਿਲੀਅਨ ਦੀ ਬਿਲਡਰ ਦੀ ਘਰ ਦੀ ਗੱਲ ਕਰ ਰਹੇ ਹਾਂ। ਚਾਹ ਤੇ ਇਹਨਾਂ ਦੀ ਕਲੋਜ਼ਿੰਗ ਕਦੋਂ, ਮੇਰੇ ਖਿਆਲ ਨੈਕਸਟ ਈਅਰ, ਅਰਾਊਂਡ ਨੈਕਸਟ ਈਅਰ ਹੋਏਗੀ, ਨੈਕਸਟ ਈਅਰ ਇਹਨਾਂ ਦੀ ਕਲੋਜ਼ਿੰਗ ਆ। ਇਹ ਸੇਮ ਘਰ ਅੱਜ ਤੋਂ 1 ਸਾਲ ਪਹਿਲਾਂ ਮਿਲਟਨ ਦੇ ਵਿੱਚ ਹੀ 1.4 1.45 ਦੇ ਵਿਕੇ ਹੋਏ ਆ ਜੀ। ਕਿਉਂਕਿ ਮੈਨੂੰ ਯਾਦ ਹੈ ਮੈਂ ਕਲਾਇੰਟ ਨੂੰ ਆਪਣੇ ਹੁਣੇ ਜਿਹਦਾ ਘਰ ਵੇਚਿਆ ਆਪਾਂ, ਉਹਨਾਂ ਨੇ ਮਿਲਟਨ ਚ ਬੁਕਿੰਗ ਕਰਾਈ ਹੋਈ ਸੀ, ਉਹਨਾਂ ਦਾ ਪੋਜੀਸ਼ਨ ਹੋਣ ਵਾਲਾ ਸੈਮ ਜੀ, ਉਹਨਾਂ ਦਾ 3400 ਸਕੁਅਰ ਫੀਟ ਦਾ ਘਰ ਹੈ, 2.3 ਦਾ ਲਿਆ ਉਹਨਾਂ ਨੇ। ਮੈਂ ਉਹੀ ਦੱਸ ਰਿਹਾ ਤੁਹਾਨੂੰ ਕਿ ਜਿਹੜਾ 2 ਲੱਖ ਸਸਤਾ ਹੈ ਉਸ ਤੋਂ। ਜਿਹੜਾ 1.2 ਵਾਲਾ ਘਰ ਆ ਇਹ 1.4 ਤੋਂ ਲੈ ਕੇ 1.5 ਦੀ ਰੇਂਜ ਵਿਕੇ ਆ। ਔਰ ਜਿਹੜਾ ਆਪਾਂ 1.8 43 ਫੀਟ ਲੋਟ ਦੀ ਦੀਪਕ ਗੱਲ ਕਰ ਰਹੇ ਆ, ਇਹ ਜਿਹੜਾ ਘਰ ਆ 2.1 ਤੋਂ ਲੈ ਕੇ 2.2 ਦੇ ਵਿਚਾਲੇ ਵਿਕਿਆ ਹੋਇਆ। ਕੋਈ ਮੈਂ ਕਹਿੰਦਾ ਪ੍ਰਾਈਸ ਕਾਫੀ ਮਤਲਬ ਕਹਿ ਲਓ ਕਿ ਸੌਫਟਨ ਹੋਈਆਂ ਨੇ। ਇਹ ਪਹਿਲਾਂ ਬਿਲਡਰ ਨਹੀਂ ਸੀ ਘਟਾ ਰਹੇ, ਇਹ ਹੁਣ ਹੀ ਬਿਲਡਰਸ ਨੂੰ ਵੀ ਇਹ ਸਮਝ ਆਈ ਹੈ ਕਿ ਰੀਸੇਲ ਮਾਰਕੀਟ ਦੇ ਉੱਤੇ ਇੰਨਾ ਇੰਪੈਕਟ ਆ, ਤਾਂ ਉਹਨਾਂ ਨੂੰ ਵੀ ਐਡਜਸਟਮੈਂਟ ਕਰਨੀ ਪੈਣੀ ਹੈ। ਔਰ ਮੈਂ ਫਿਰ ਇਹੀ ਗੱਲ ਕਹਿ ਰਿਹਾ ਬਾਰ-ਬਾਰ ਕਿ ਹਰ ਪ੍ਰੋਜੈਕਟ ਆ ਜਿਹੜਾ, ਹਰ ਪ੍ਰੋਜੈਕਟ ਦੀ ਪ੍ਰਾਈਸਿੰਗ ਆ ਮਾਰਕੀਟ ਦੇ ਮੁਤਾਬਕ ਨਹੀਂ ਹੈ। ਸੋ ਇਸ ਕਰਕੇ ਪ੍ਰੋਫੈਸ਼ਨਲ ਦੀ ਐਡਵਾਈਸ ਆ ਜਿਹੜੀ ਉਹ ਬਹੁਤ ਜ਼ਰੂਰੀ ਹੈ ਇਸ ਚੀਜ਼ ਦੇ ਵਿੱਚ। ਚਾਹਤ ਇੱਕ ਤਾਂ ਇਹਦੇ ਬਿਲਡਰ ਦੇ ਬਾਰੇ ਦੱਸੋ ਕਿ ਕਿਹੜਾ ਬਿਲਡਰ ਹੈ ਇਹ ਆਪਣਾ ਬਿਲਡਰ ਹੈਗਾ ਫੀਲਡ ਗੇਟ। ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਵੀ ਮਿਲਟਨ ਵਿੱਚ ਜਾਂ ਓਵਰਆਲ GTA ਵਿੱਚ ਰਹਿੰਦੇ ਨੇ ਕਿ ਫੀਲਡ ਗੇਟ ਇੱਕ ਬਹੁਤ ਵਧੀਆ ਬਿਲਡਰ ਹੈ। ਨੋ ਕੰਪਲੇਂਟਸ ਫਰਮ ਦੈਟ, ਉਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ। ਕਾਫੀ ਲੰਮੇ ਸਮੇਂ ਤੋਂ ਇਹ GTA ਦੇ ਏਰੀਆ ਦੇ ਵਿੱਚ ਘਰ ਬਣਾ ਰਹੇ ਨੇ, ਬਹੁਤ ਸਾਰੀਆਂ ਕਮਿਊਨਿਟੀਜ਼ ਉਹਨਾਂ ਨੇ ਮਿਸੀਸਾਗਾ ਦੇ ਵਿੱਚ, ਬਰੈਂਪਟਨ ਦੇ ਵਿੱਚ ਬਹੁਤ ਵੱਡੀਆਂ ਕਮਿਊਨਿਟੀਜ਼ ਬਣਾਈਆਂ ਨੇ ਤੇ ਬੜਾ ਹੀ ਰਿਪਿਊਟਡ ਇਹ ਬਿਲਡਰ ਹੈ। ਸੋ ਨਾਜ਼ਰੀਨ, ਸਾਡੇ ਟੈਕਨੀਸ਼ੀਅਨ ਸਾਨੂੰ ਇਸ਼ਾਰਾ ਕਰ ਰਹੇ ਨੇ ਕਿ ਵਕਤ ਹੋ ਚੱਲਾ ਇੱਕ ਛੋਟੇ ਜਿਹੇ ਵਕਫੇ ਦਾ। ਅਸੀਂ ਹੁਣੇ ਗਏ ਤੇ ਹੁਣੇ ਵਾਪਸ आए। ਤੁਸੀਂ देखते रहो लाइव विद टीम अरोड़ा ऑन आवाज टीवी। हसीन लगना तो सभी चाहते हैं, मगर हुस्न का निखार तभी मुमकिन है जब आपका स्टाइलिस्ट हो एक्सपर्ट एंड क्वालिफाइड। ब्यूटी बार एंड ब्राइडल, ऑल एक्सपर्टीज इन वन पॉइंट। हमारे यहाँ थ्रेडिंग, लेटेस्ट फेशियल ट्रीटमेंट, बेस्ट बॉडी वैक्सिंग, मेकओवर जैसा आप चाहें। जबरदस्त ब्राइडल पैकेज, मैनिक्योर, पेडिक्योर, केराटिन ट्रीटमेंट, क्रायो हेयर ट्रीटमेंट और बहुत कुछ जो आपके हुस्न को 4 चांद लगा दे। तो देर किस बात की, अभी विजिट कीजिए ब्यूटी बार एंड ब्राइडल। वी आर लोकेटेड एट 5150 Dixie Road, Unit 6, Mississauga. Award winning Indian beauty salon. For appointments call now 437-324-2885. Beauty Bar and Bridal, one stop beauty salon. जी हम आपको बताते चले समर फन फेस्ट। जी समर फन फेस्ट एक मरतबा फिर वापस आ रहा है आपके लिए बहुत बड़े पैमाने पे लेके, जहां खाने पीने के स्टॉल हैं और शॉपिंग है, एंटरटेनमेंट है, बच्चों के लिए झूलों का और कार्निवल का बंदोबस्त भी गया है। यहाँ पे शाम को फायरवर्क भी होगा। आप आए और आके इसमें पुररौनक मेमोरीज को अपनी यादगार बनाइए। अपने खानदान, अपने रिश्तेदारों को, अपने छोटे बड़ों सबको बता दें, दोस्तों अहबाबों को मुलाकात कीजिए। यहाँ पे 1 और 2 जुलाई, 1 और 2 जुलाई अपनी कैलेंडर में आप मार्क कर लीजिए। ईद और कनाडा डे एक साथ मनाएं। समर फन फेस्ट 1 और 2 जुलाई पाइए, अपने और अपने घर वालों के साथ एंजॉय कीजिए। As a Muslim, you take pride in following your halal way of life. You want to ensure that everything you consume aligns with your values. That's where Nutrilux comes in. We offer a range of high-quality supplements that are certified halal and completely vegan, made with only the best ingredients. Our children's vitamins come in delicious gummy form, making it easy and enjoyable for kids to get the nutrients they need. For men, our supplements offer a convenient way to support your health and wellness, whether you're an athlete, a business professional, or a parent. For women, our supplements can help support your overall health and wellness, whether you're looking to boost your energy, support your immune system, or maintain healthy skin and hair. And for seniors, our tablets are designed to support your unique health needs and help you stay active and independent as you age. Nutrilux, supplements for every stage of life, so you can stay true to your halal values. HK Movers, home, offices, apartments and delivery, big or small, we move it all. HK Movers. Local and long distance. We also ship cars, Kailar Transport and moving services. For service with a smile, give us a call. Call Mr. Harminder 416-524-6704. 416-524-6704 पे. Visit 140 Advanced Boulevard, Unit number 10, Brampton. long distance moving specialist. HK Movers. HK Movers. Welcome to EB Electronics.
please call 647-762-3956. दावत इस्लामी का एक शोबा जामियतुल मदीना, जिसकी तकरीबन 891 ब्रांचेस दुनिया के कई ममालिक में कायम हैं। कमोबेश 67,000 इस्लामी भाई और इस्लामी बहनें बगैर किसी फीस के आलिम और आलिमा कोर्स कर रहे हैं। इनमें हजारों वो हैं जिनकी अकोमोडेशन, खाना पीना दावत इस्लामी के जिम्मे है। आप भी डोनेशंस के जरिए इस शोबे के साथ ताउन कर सकते हैं। आपके चंदे यानी डोनेशन को किसी भी जायज दीनी, इस्लाही, फलाही, रूहानी, खैर ख्वाही और भलाई के काम में खर्च किया जा सकता है। देखिए खेल की आवाज हर पीर रात 8 बजे। आज की बात समीना जबीन के साथ हर मंगल रात 8 बजे। इस्लाम इन मॉडर्न टाइम हर मंगल और जुमा शाम 6 बजे। रियलिटी कॉफी टॉक हर जुमेरात शाम 7 बजे। टुनाइट टॉक हर जुमा शाम 7 बजे। देखिए तकरार, कीजिए तकरार समीना जबीन के साथ हर रोज रात 9 बजे और रिपीट सुबह 9 बजे। आप देख रहे हैं आवाज एंटरटेनमेंट, आवाज आपकी, चैनल हमारा, जुड़िए हमसे। जी नाजरीन, वेलकम बैक टू द शो। ਤੁਸੀਂ ਜੁੜ ਚੁੱਕੇ ਹੋ ਲਾਈਵ ਵਿਦ ਟੀਮ ਅਰੋੜਾ ਔਨ ਆਵਾਜ਼ ਟੀਵੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਮਿਲਟਨ ਦੇ ਪ੍ਰੋਜੈਕਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ। ਜਿਵੇਂ ਕਿ ਸ਼ੁਰੂ 'ਚ ਅਸੀਂ ਦੱਸਿਆ ਸੀਗਾ ਕਿ ਇੱਕ ਪ੍ਰੋਜੈਕਟ ਅਸੀਂ ਮਿਲਟਨ ਦੇ ਵਿੱਚ ਲੈ ਕੇ ਆਏ ਹਾਂ ਔਰ ਇੱਕ ਬਰੈਂਪਟਨ ਦੇ ਵਿੱਚ ਲੈ ਕੇ ਆਏ ਹਾਂ, ਜੋ ਕਿ ਅਸੀਂ ਸਮਝਦੇ ਹਾਂ ਕਿ ਅੱਜ ਦੀ ਮਾਰਕੀਟ ਦੇ ਵਿੱਚ ਰਾਈਟ ਓਪਰਚੁਨਿਟੀ ਹੈ ਬਾਏ ਕਰਨ ਵਾਸਤੇ। ਸੋ ਚਾਹਤ, ਜਿਹੜਾ ਬਰੈਂਪਟਨ ਦਾ ਪ੍ਰੋਜੈਕਟ ਹੈ ਉਹਦੇ ਬਾਰੇ 'ਚ ਦੱਸੋ ਆਪਣੇ ਦਰਸ਼ਕਾਂ ਨੂੰ ਪਲੀਜ਼। ਹਾਂਜੀ, ਹੁਣ ਜਿਹੜਾ ਪ੍ਰੋਜੈਕਟ ਅਸੀਂ ਨੈਕਸਟ ਡਿਸਕਸ ਕਰਨ ਜਾ ਰਹੇ ਹਾਂ ਉਹ ਐਕਚੁਅਲੀ ਆ ਰਿਹਾ ਵਿੱਚ ਕੈਲੇਡਨ ਈਸਟ। ਕੈਲੇਡਨ ਈਸਟ ਬਹੁਤ ਲੋਕਾਂ ਪਸੰਦ ਹੈ, ਬਰੈਂਪਟਨ ਦੇ ਬਹੁਤ ਲੋਕਾਂ ਨੂੰ ਪਸੰਦ ਹੈ, ਬਿਕਾਜ਼ ਜਿਹੜੇ ਲੋਕਾਂ ਨਾਲ ਆਏ ਹੁੰਦਾ ਥੋੜੀ ਪੀਸਫੁਲ ਜਗ੍ਹਾ ਵਿੱਚ ਰਹਿਣਾ ਹੈ, ਥੋੜੀ ਕੁਆਇਟ ਜਗ੍ਹਾ ਵਿੱਚ ਰਹਿਣਾ ਹੈ, ਬਟ ਸਿਟੀ ਦੇ ਨੇੜੇ ਰਹਿਣਾ ਹੈ, ਉਹ ਲੋਕਾਂ ਲਈ ਇਹ ਪ੍ਰੋਜੈਕਟ ਬੈਸਟ ਹੈ। ਇਹ ਆ ਰਿਹਾ 3 ਬਿਲਡਰਸ ਵੱਲੋਂ, ਰੀਗਲ ਕ੍ਰੈਸਟ, ਕੰਟਰੀ ਵਾਈਡ, ਐਸਪਨ ਰਿਜ। ਤਿੰਨੋਂ ਹੀ ਬਹੁਤ ਰੈਪਿਊਟਡ ਬਿਲਡਰਸ ਨੇ ਤੇ ਬਹੁਤ ਵੱਡਾ ਲੈਂਡ ਪਾਰਸਲ ਉਹਨਾਂ ਨੇ ਲਿੱਤਾ ਹੈ 에ਅਰਪੋਰਟ ਰੋਡ ਐਂਡ ਓਲਡ ਚਰਚ ਰੋਡ ਤੇ। ਜਿਹੜੇ ਲੋਕਾਂ ਨੂੰ ਇਹ ਲੋਕੇਸ਼ਨ ਪਤਾ ਹੈ, ਜਿਵੇਂ ਤੁਸੀਂ 에ਅਰਪੋਰਟ ਰੋਡ ਤੇ ਨਾਰਥ ਜਾਂਦੇ ਹੋ, ਨਾਰਥ ਤੋਂ ਹਾਰਡਲੀ 5-7 ਮਿੰਟ ਅੱਗੇ ਜਾ ਕੇ ਤੁਹਾਨੂੰ ਇਹ ਲੋਕੇਸ਼ਨ ਮਿਲ ਜੇਗੀ। ਇਹ ਪ੍ਰੋਜੈਕਟ ਲਾਂਚ ਹੋ ਰਿਹਾ ਹੈ ਜੂਨ ਦੇ ਫਰਸਟ ਵੀਕ ਵਿੱਚ। ਆਪਣੇ ਕੋਲ ਟਾਊਨ ਹੋਮਸ ਆ ਰਹੇ ਨੇ, ਡੀਟੈਚਡ ਹੋਮ ਆ ਰਹੇ ਨੇ, ਰੀਅਰ ਲੇਨ ਟਾਊਨ ਹੋਮਸ ਨੇ ਜਿਨ੍ਹਾਂ ਦਾ ਸਕੁਆਇਰ ਫੀਟ ਬਹੁਤ ਹੀ ਵੱਡਾ ਹੈ। ਡੀਟੈਚ ਹੋਮ 32 ਫੀਟ, 38 ਫੀਟ ਐਂਡ 48 ਫੀਟ ਤੇ ਕੁਝ ਕਲਾਟ ਹੋਣਗੇ ਜਿਹੜੇ 50 ਫੀਟ ਦੀ ਰੇਂਜ ਵਿੱਚ ਵੀ ਹੋਣਗੇ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਪ੍ਰੋਜੈਕਟ ਬਹੁਤ ਵਧੀਆ ਹੈ, ਬਿਕਾਜ਼ ਬਰੈਂਪਟਨ ਵਿੱਚ ਹੁਣ 45 ਤੋਂ ਉੱਪਰ ਲਾਟ ਦੇਖਣ ਨੂੰ ਬਹੁਤ ਘੱਟ ਮਿਲਦੇ ਆ, ਤਾਂ ਬਹੁਤ ਸਾਰੇ ਕਲਾਇੰਟਸ ਹੁੰਦੇ ਕਿ ਸਾਨੂੰ ਵੱਡਾ ਲਾਟ ਲੈ ਕੇ ਦਿਓ, ਤਾਂ ਉਹ ਕਲਾਇੰਟਸ ਲਈ ਬਹੁਤ ਵਧੀਆ ਓਪਰਚੁਨਿਟੀ ਹੈ ਜਿਨ੍ਹਾਂ ਨੇ ਵੱਡਾ ਲਾਟ ਲੈਣਾ, ਡੀਪ ਰਵੀਨ ਲਾਟਸ ਲੈਣੇ ਹੈ। ਪ੍ਰਾਈਸ ਰੇਂਜ ਇਜ਼ ਵੈਰੀ ਅਫੋਰਡੇਬਲ। ਬਰੈਂਪਟਨ ਦੇ ਮੁਕਾਬਲੇ ਥੋੜਾ ਜਿਹਾ ਘੱਟ ਹੋਏਗਾ ਬਿਕਾਜ਼ ਆਪਾਂ ਥੋੜਾ ਨਾਰਥ ਚਲੇ ਜਾਂਦੇ ਹਾਂ, ਬਟ ਅਗੇਨ ਕੈਲੇਡਨ ਈਸਟ ਪੈਲਗ੍ਰੇਵ ਦੇ ਨੇੜੇ ਪੈ ਜਾਂਦਾ ਹੈ, ਤਾਂ ਬਹੁਤ ਲੋਕਾਂ ਦੀ ਪ੍ਰੈਫਰੈਂਸ ਹੈ ਉਹ ਏਰੀਆ ਵਿੱਚ। ਤਾਂ ਇਹਦੇ ਲਈ ਵੀ ਰੀਚ ਆਊਟ ਕਰੋ ਟੀਮ ਅਰੋੜਾ ਨੂੰ, ਨੰਬਰ ਦਿੱਤਾ ਹੋਇਆ ਹੈ ਸਕਰੀਨ ਤੇ ਇਹਦੇ ਤੁਹਾਨੂੰ ਗਾਰੰਟੀਡ ਐਲੋਕੇਸ਼ਨਸ ਮਿਲ ਸਕਦੇ ਆ ਟੀਮ ਅਰੋੜਾ ਵੱਲੋਂ। ਸੋ ਸੈਮ ਜੀ, ਮੈਂ ਇੱਥੇ ਐਡ ਕਰ ਦਿਆਂ ਕਿ ਆਪਣੇ ਕੋਲ ਰੀਸੇਲ ਦੇ ਵਿੱਚ ਵੀ ਕਾਫੀ ਅੱਛੇ ਘਰ ਆਏ ਨੇ, ਜਿੱਦਾਂ ਤੁਸੀਂ ਟੀਵੀ ਤੇ ਦੇਖ ਪਾ ਰਹੇ ਹੋ। ਅਸੀਂ ਇੱਕ ਪ੍ਰਾਪਰਟੀ ਲੈ ਕੇ ਆਏ ਹਾਂ ਰੇ ਲੌਸਨ ਤੇ ਹਾਈਵੇ 10 ਦੇ ਏਰੀਆ ਦੇ ਵਿੱਚ, ਨਾਨਕਸਰ ਗੁਰਦੁਆਰੇ ਦੇ ਬਿਲਕੁਲ ਕੋਲ, ਚੈਰੀ ਟ੍ਰੀ ਦੇ ਉੱਤੇ। ਹਾਂਜੀ, ਹਰ ਲੋਕਾਂ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਇਸ ਏਰੀਆ ਦੇ ਵਿੱਚ ਹੀ ਸਾਨੂੰ ਘਰ ਚਾਹੀਦਾ ਔਰ ਬੈਸਟ ਸਪੌਟ। ਹਾਂਜੀ, ਇਹ ਪਿਕਚਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਪ੍ਰੀਮੀਅਮ ਲਾਟ ਹੈ, ਕਾਫੀ ਵਾਈਡ ਲਾਟ ਹੈ ਔਰ ਇਹਦੀ ਜਿਹੜੀ ਵੈਲ ਮੇਨਟੇਨਡ ਜਿਹਨੂੰ ਆਪਾਂ ਕਹਿੰਦੇ ਹਾਂ, ਘਰ ਨੂੰ ਬਹੁਤ ਵਧੀਆ ਰੱਖਿਆ ਹੋਇਆ। ਔਰ ਇਹਦੀ ਜਿਹੜੀ ਕਿਚਨ ਹੈ ਉਹ ਨਿਊਲੀ ਇਹਨਾਂ ਨੇ ਰੈਨੋਵੇਸ਼ਨ ਕੀਤੀ ਹੈ, ਈਵਨ ਵਾਸ਼ਰੂਮ ਸਾਰੇ ਰੈਨੋਵੇਟਡ ਨੇ। ਔਰ ਸਭ ਤੋਂ ਵੱਡੀ ਜਿਹੜੀ ਹਰ ਬੰਦੇ ਦੀ ਸੈਮ ਜੀ ਡਿਮਾਂਡ ਹੁੰਦੀ ਹੈ, ਇਹਦੀ ਲੀਗਲ ਸੈਕਿੰਡ ਡਵੈਲਿੰਗ ਯੂਨਿਟ ਹੈ, ਇਹਦੇ ਵਿੱਚ ਤੁਹਾਨੂੰ ਰੈਂਟਲ ਇਨਕਮ ਦੀ ਵੀ ਸਪੋਰਟ ਨਾਲ ਮਿਲ ਰਹੀ ਹੈ ਔਰ ਪ੍ਰਾਈਸ ਪੁਆਇੰਟ ਬਹੁਤ ਅਟਰੈਕਟਿਵ ਹੈ। ਜੇ ਇਹਦੇ ਵਿੱਚ ਕਿਸੇ ਦਾ ਵੀ ਇੰਟਰਸਟ ਹੈ ਤਾਂ ਪਲੀਜ਼ ਸਾਨੂੰ ਤੁਸੀਂ ਆਪਣੇ ਆਫਿਸ ਦਾ ਨੰਬਰ ਹੈ ਸਾਨੂੰ ਕਾਲ ਕਰੋ ਔਰ ਇਹਦੀ ਵਿਊਇੰਗ ਸਾਡੇ ਨਾਲ ਤੁਸੀਂ ਇਹਦੇ ਨਾਲ ਕਰ ਸਕਦੇ ਹੋ। ਓਪਨ ਹਾਊਸ ਵੀ ਨਹੀਂ ਸੈਮ ਜੀ, ਆਪਾਂ ਓਪਨ ਹਾਊਸ ਨਹੀਂ ਲਾ ਰਹੇ, ਬਟ ਜੇ ਵੀ ਕੋਈ ਇੰਟਰਸਟਿਡ ਹੈਗਾ ਉਹ ਸਾਨੂੰ ਆਫਿਸ ਦੇ ਨੰਬਰ ਤੇ ਕਾਲ ਕਰਕੇ ਇਹਦੀ ਵਿਊਇੰਗ ਕਰ ਸਕਦਾ। ਘਰ ਦੀ ਘਰ ਕਾਫੀ ਮੇਨਟੇਨਡ, ਵੈਲ ਮੇਨਟੇਨਡ ਹੈ, ਕਾਫੀ ਸਾਫ਼ ਏਰੀਆ, ਬਹੁਤ ਵਧੀਆ ਔਰ ਹਰ ਇੱਕ ਚੀਜ਼ ਜਿਹੜੀ ਆ ਵਾਕਿੰਗ ਡਿਸਟੈਂਸ ਤੇ ਹੈ ਇੱਥੋਂ। LRT ਜਿਹੜੀ ਆ ਉਹ ਆ ਰਹੀ ਆ ਹਾਈਵੇ 10 ਦੇ ਉੱਤੇ ਫਿਊਚਰ ਦੇ ਵਿੱਚ। ਸੋ ਜਿਹੜਾ ਕਮਿਊਟ ਜੇ ਕਿਸੇ ਨੇ ਟੋਰਾਂਟੋ ਨੂੰ ਵੀ ਕਰਨਾ ਤਾਂ ਉਹਦੇ ਵਾਸਤੇ ਵੀ ਬਹੁਤ ਵਧੀਆ ਲੋਕੇਸ਼ਨ ਹੈ। ਬਿਲਕੁਲ।
ਹੋਰ ਲਿਸਟਿੰਗਸ ਆਪਾਂ ਕਿਹੜੀਆਂ ਲੈ ਕੇ ਆਏ ਸਾਡੇ ਕੋਲ ਸੈਮ ਜੀ ਇਸ ਤੋਂ ਬਾਅਦ ਜਿਹੜੀ ਲਿਸਟਿੰਗ ਹੈਗੀ ਉਹ ਕੋਸਟ ਲਾਈਨ ਦੇ ਉੱਤੇ ਹੀ ਲੈ ਕੇ ਆਏ, ਜਿਹੜਾ ਕਿ ਕਾਫੀ ਹਾਈ ਡਿਮਾਂਡ ਏਰੀਆ ਆ। ਮੈਂ ਕਹਾਂਗਾ ਮਿਸੀਸਾਗਾ, ਤੁਸੀਂ ਇਹ ਪਿਕਚਰ ਦੇਖ ਸਕਦੇ ਹੋ ਜੀ, ਇਹ ਕਾਫੀ ਡਿਮਾਂਡਡ ਏਰੀਆ ਹੈ ਕਿਉਂਕਿ ਮਿਸੀਸਾਗਾ ਤੋਂ ਜਿਹੜਾ ਬੰਦਾ ਮੂਵ ਕਰਨਾ ਚਾਹ ਰਿਹਾ ਉਹ ਇਸੇ ਪ੍ਰੀਮੀਅਮ ਪਾਕਟ ਚ ਆਉਣਾ ਚਾਹੁੰਦਾ। ਬਿਲਕੁਲ ਜੀ, ਉਹ ਸਿਰਫ ਜਿਹੜਾ ਵਿੱਚ 407 ਦਾ ਹੈ ਔਰ ਉਸ ਪਾਸੇ ਜਿਹੜਾ ਮਿਸੀਸਾਗਾ ਹੈ ਔਰ ਇਸ ਪਾਸੇ ਇਹ ਵਾਲਾ ਏਰੀਆ ਹੈਗਾ। ਤੁਸੀਂ 407 ਨੂੰ ਕ੍ਰਾਸ ਹੀ ਕਰਨਾ ਹੈ, ਨਾਰਥ ਸਾਈਡ ਦੇ ਉੱਤੇ ਮਿਸੀਸਾਗਾ ਰੋਡ ਤੇ ਹਾਊਸਟੋਨ ਦੇ ਉੱਤੇ ਏਰੀਆ ਹੈ ਔਰ ਸਾਰੇ ਹੋਮਸ ਕਾਫੀ ਪ੍ਰੀਮੀਅਮ ਨੇ ਕਿਉਂਕਿ ਕੈਨਫ ਦੇ ਬਿਲਟ ਨੇ। ਔਰ ਕੈਨਫ ਦੀ ਤੁਹਾਨੂੰ ਪਤਾ ਕੁਆਲਿਟੀ ਵਾਈਜ਼ ਕਾਫੀ ਵਧੀਆ ਆ। ਇਹ ਸਾਡੇ ਕੋਲ ਘਰ ਆਇਆ 40 ਫੀਟ ਦਾ ਲਾਟ ਹੈ, ਇਹਦੇ ਕੋਲ ਹੀ ਗੋਲਫ ਕੋਰਸ ਵੀ ਆਂਦਾ ਜਿਹੜਾ ਕਿ ਲੋਟ ਨੂੰ ਬੜਾ ਪ੍ਰੀਮੀਅਮ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪਿੱਛੇ ਵਿਊ ਬਹੁਤ ਪਿਆਰਾ ਹੈ ਨਾਲ। ਬਿਲਕੁਲ। ਔਰ ਇਹ ਸੈਮ ਜੀ ਦੇ ਵਿੱਚ 3200 ਸਕੁਅਰ ਫੀਟ ਦਾ ਘਰ ਹੈ, 5 ਬੈਡਰੂਮ ਅਬਵ ਗ੍ਰੇਡ ਨੇ ਔਰ ਇਹਨਾਂ ਦੀ ਜਿਹੜੀ ਬੇਸਮੈਂਟ ਉਹ ਵੀ ਫਿਨਿਸ਼ਡ ਹੈ। ਇਹਦੇ ਵਾਸਤੇ ਜੇ ਕੋਈ ਘਰ ਦੇਖਣਾ ਚਾਹੁੰਦਾ ਤੇ ਇਹਦੇ ਲਈ ਵੀ ਸਾਡੇ ਨਾਲ ਈਵਨ ਓਪਨ ਹਾਊਸ ਤੇ ਵੀ ਆ ਸਕਦਾ। ਇਹਦੇ ਆਪਾਂ ਦੋਨੋਂ ਦਿਨਾਂ ਤੇ ਆਪਾਂ ਓਪਨ ਹਾਊਸ ਕਰ ਰਹੇ ਹਾਂ, ਸੈਟਰਡੇ ਔਰ ਸੰਡੇ। ਹਾਂਜੀ, ਔਰ ਅੰਡਰ 2 ਮਿਲੀਅਨ ਦੇ ਵਿੱਚ ਸਿਰਫ ਆਪਾਂ ਪ੍ਰਾਈਸ ਤੇ ਲੈ ਕੇ ਆਏ ਹਾਂ ਵੀ ਮਤਲਬ ਤੁਸੀਂ ਸਮਝ ਲਓ ਬੇਸਮੈਂਟ ਫਿਨਿਸ਼ ਦੇ ਨਾਲ ਵੀ। ਬਿਲਕੁਲ। ਔਰ ਇਸ ਤੋਂ ਬਾਅਦ ਸੈਮ ਜੀ ਜੇ ਮੈਂ ਗੱਲ ਕਰਾਂ ਆਪਣੇ ਕੋਲ ਜਿਹੜੀ ਥਰਡ ਪ੍ਰਾਪਰਟੀ ਹੈ ਉਹ ਅਸੀਂ ਲੈ ਕੇ ਆਏ ਹਾਂ ਚਿੰਗੂਜ਼ੀ ਤੇ ਸ਼ਾਰਲੇ ਦੇ ਕੋਲ। ਉਹ ਵੀ ਅੰਡਰ 5 ਇਅਰਸ 올ਡ ਪ੍ਰਾਪਰਟੀ ਹੈ, ਕਾਫੀ ਨਵਾਂ ਘਰ ਹੈ। ਉਹਦਾ ਐਡਰੈਸ ਕੀ ਹੈ ਦੀ? ਉਹ ਪ੍ਰਵੀਨ ਦਾ ਹੈਂਡਰਿਕਸ ਦੇ ਉੱਤੇ ਘਰ ਹੈ। ਠੀਕ ਹੈ ਜੀ, ਹੈਂਡਰਿਕਸ ਰੋਡ ਦੇ ਉੱਤੇ ਘਰ ਹੈ ਤੇ ਉਹਦੀ ਜਿਹੜੀ ਸਕੁਅਰ ਫੀਟ ਵਾਈਜ਼ ਕਾਫੀ ਵਧੀਆ ਘਰ ਹੈ ਕਿਉਂਕਿ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ 4 ਬੈਡਰੂਮ 3 ਬੈਡਰੂਮ ਦੀ ਲੀਗਲ ਬੇਸਮੈਂਟ 3 ਬੈਡਰੂਮ ਦੀ, ਉਹ 7 ਵਾਸ਼ਰੂਮ ਸੈਮ ਜੀ ਇੱਕ ਘਰ ਦੇ ਅੰਦਰ। ਬਿਲਕੁਲ। ਤੁਸੀਂ ਇਹ ਦੇਖੋ ਕਿ 2 ਵਾਸ਼ਰੂਮ ਤੁਹਾਨੂੰ ਬੇਸਮੈਂਟ 'ਚ ਐਕਸਟਰਾ ਮਿਲ ਰਹੇ ਹੋਰ ਵੀ ਜ਼ਿਆਦਾ ਜੀ। ਔਰ ਕਾਫੀ ਵਧੀਆ ਤੁਸੀਂ ਦੇਖ ਰਹੇ ਹੋ ਲੁੱਕ ਦੇਖੋ ਇਹਦੀ ਕਾਫੀ ਪ੍ਰੀਮੀਅਮ ਸਟੋਨ ਐਲੀਵੇਸ਼ਨ ਇਸ ਘਰ ਦੀ ਜਿਹੜੀ ਖਾਸੀਅਤ ਹੈ ਨਾ ਜੀ, ਇਹਦੇ ਆਸੇ-ਪਾਸੇ ਜਿਹੜੇ ਘਰ ਨੇ ਬਹੁਤ ਥੋੜੇ ਘਰ ਨੇ ਜਿਹੜੇ ਨਵੇਂ ਬਣੇ ਨੇ। ਪੁਰਾਣਾ ਏਰੀਆ ਸੀ ਉੱਥੇ ਤਕਰੀਬਨ 5-6 ਸਾਲ ਪਹਿਲਾਂ ਅਸੀਂ ਹੀ ਇਸ ਏਰੀਏ ਦੇ ਵਿੱਚ ਕਾਫੀ ਸਾਰੇ ਘਰ ਜਿਹੜੇ ਨੇ ਉਦੋਂ ਵਿੱਚ ਸੀਗੇ ਬਿਲਡਰ ਦੇ, ਤੇ ਉਹਨਾਂ ਚੋਂ ਇਹ ਇੱਕ ਘਰ ਹੈ ਜੀ। ਔਰ ਸੈਮ ਜੀ ਦੇ ਵਿੱਚ ਦੇਖੋ 3 ਬੈਡਰੂਮ ਦੀ ਲੀਗਲ ਬੇਸਮੈਂਟ ਹੈ। ਸਭ ਤੋਂ ਪਲੱਸ ਪੁਆਇੰਟ ਕੀ ਹੈ, ਇਸ ਘਰ ਦੇ ਨਾਲ ਹੀ ਸਟੀਲ ਰੋਡ ਹੈ। ਬਿਲਕੁਲ। ਤੁਹਾਨੂੰ ਟਰਾਂਸਪੋਰਟੇਸ਼ਨ ਲਈ ਸਭ ਤੋਂ ਬੜੀ ਅਸੈਸਿਬਲ ਹੈ ਜੀ। ਜਿਹੜਾ ਬੰਦਾ ਬੇਸਮੈਂਟ 'ਚ ਰਹਿੰਦਾ ਮੋਸਟਲੀ ਕਈਆਂ ਕੋਲ ਕਾਰ ਨਹੀਂ ਹੁੰਦੀ, ਉਹ ਇਹ ਸੋਚ ਕੇ ਲੈਂਦੇ ਕਿ ਸਾਨੂੰ ਯੂਨਿਟ 'ਚ ਆਪਾਂ ਰਹਿ ਲਾਂਗੇ, ਸਾਨੂੰ ਕਾਰ ਬੱਸ ਕਿੱਥੋਂ ਮਿਲੇ। ਔਰ ਬੱਸ ਦਾ ਵਾਕ ਸਕੋਰ ਲਾਇਆ ਜਾਵੇ ਤੇ 10 ਚੋਂ 9 ਹੀ ਆਏਗਾ, ਇੰਨਾ ਵਧੀਆ ਵਾਕ ਸਕੋਰ ਹੈ ਇਸ ਦਾ। ਜੀ ਜੀ। ਔਰ ਉਸ ਤੋਂ ਬਾਅਦ ਸੈਮ ਜੀ ਹਰ ਰੇਂਜ ਦੀ ਪ੍ਰਾਪਰਟੀ ਹੈ। ਇਹ ਵੀ ਆਪਣੇ ਕੋਲ 2 ਮਿਲੀਅਨ ਦੇਖ ਸਕਦੇ, ਕਾਫੀ ਅਪਗ੍ਰੇਡਡ ਵੀ ਲੱਗ ਰਹੀ ਹੈ ਪ੍ਰਾਪਰਟੀ ਜਿਹੜੀ ਹੈ। ਆਪਾਂ 1.3 ਦਾ ਵੀ ਲੈ ਕੇ ਆਏ ਆ, 2 ਮਿਲੀਅਨ ਦਾ ਵੀ, ਇਹ ਵੀ 2 ਮਿਲੀਅਨ ਦਾ। ਇਸ ਤੋਂ ਉੱਪਰ ਜੇ ਕੋਈ ਪ੍ਰਾਪਰਟੀ ਦੇਖ ਰਿਹਾ ਆਪਣੇ ਕੋਲ ਉਹ ਵੀ ਹੈਗੀ ਹੈ ਜੀ। ਇਸ ਤੋਂ ਉੱਪਰ ਆਪਣੇ ਕੋਲ ਮਿਸੀਸਾਗਾ 'ਚ ਹਰ ਬੰਦੇ ਦੀ ਇੱਕ ਡ੍ਰੀਮ ਹੁੰਦੀ ਹੈ ਕਿ ਮੈਂ ਮਿਸੀਸਾਗਾ 'ਚ ਘਰ ਚਾਹੀਦਾ ਵੀ ਨਵਾਂ, ਔਰ ਸੀਲਿੰਗ ਹਾਈਟਸ ਵੀ ਵੱਡੀਆਂ ਚਾਹੀਦੀਆਂ ਨੇ। ਮਿਸੀਸਾਗਾ ਦੇ ਵਿੱਚ ਬਹੁਤ ਘੱਟ ਅਪਰਚੂਨਿਟੀਜ਼ ਹੁੰਦੀਆਂ ਕਿ ਘਰ ਜਿਹੜਾ ਉਹ 4-5 ਸਾਲ ਪੁਰਾਣਾ ਮਿਲੇ ਕਿਉਂਕਿ ਮੈਚੁਰ ਏਰੀਆ ਹੈ। ਔਰ ਸੈਮ ਜੀ ਦੇ ਵਿੱਚ ਹਰ ਚੀਜ਼ ਫੁੱਲਫਿਲ ਹੋ ਰਹੀ ਹੈ, ਕੱਲੀ ਏਜ ਫੁੱਲਫਿਲ ਨਹੀਂ ਹੋ ਰਹੀ, ਕਸਟਮ ਬਿਲਟ ਹੋਮ ਜਿੱਦਾਂ ਕਹਿ ਲਓ ਤੁਸੀਂ, ਕਸਟਮ ਡਿਜ਼ਾਈਨ ਕੀਤਾ ਗਿਆ ਬਿਲਡਰ ਦੇ ਨਾਲ, ਅੰਡਰ 5 ਇਅਰ 올ਡ। ਔਰ ਇਹਦੇ ਵਿੱਚ ਐਡਰੈਸ ਦੀ ਕੋਈ ਇਹਦਾ ਇਹ ਪ੍ਰੋਜੈਕਟ ਜੀ ਰੌਥਸਾਈਲਡ ਦੇ ਉੱਤੇ ਹੈ। ਠੀਕ ਹੈ ਜੀ। ਰੌਥਸਾਈਲਡ ਦੇ ਉੱਤੇ ਸਾਡੇ ਕੋਲੇ ਅੰਡਰ 5 ਇਅਰ ਪ੍ਰਾਪਰਟੀ ਹੈ ਔਰ ਇਹਦੇ ਵਿੱਚ ਸਭ ਤੋਂ 2 ਖਾਸ ਗੱਲਾਂ ਜਿਹੜੀਆਂ ਆਮ ਘਰਾਂ 'ਚ ਨਹੀਂ ਹੁੰਦੀਆਂ, ਉਹ ਵਾਕਆਊਟ ਬੇਸਮੈਂਟ ਪਲੱਸ ਰਵੀਨ ਲਾਟ, ਵੈਰੀ ਗੁੱਡ, ਦੋਨੋਂ ਇਹਦੇ ਵਿੱਚ ਹੈਗੇ ਨੇ। ਮੇਰੇ ਖਿਆਲ 'ਚ ਬੜਾ ਹੀ ਰਿਪਿਊਟਡ ਬਿਲਡਰ ਆ, ਉਹਨਾਂ ਨੇ ਡੀ ਬਲਾਸੀਓ ਜਿਹੜੇ ਸਾਡੇ ਭੈਣ ਭਰਾ ਜਾਣਦੇ ਨੇ, ਡੈਰੀ ਮੈਕਲੌਗਲਿਨ ਏਰੀਆ ਦੇ ਵਿੱਚ ਡੀ ਬਲਾਸੀਓ ਨੇ ਉੱਥੇ ਸਬ ਡਿਵੀਜ਼ਨ ਬਣਾਈ ਹੈ, ਉਸ ਸਬ ਡਿਵੀਜ਼ਨ ਦੇ ਵਿੱਚ ਇਹ ਘਰ ਹੈ। ਔਰ ਸੈਮ ਜੀ ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਕਰਾਂਗੇ, ਇਹਦੇ ਵਿੱਚ ਜਿਹੜੀ ਸੀਲਿੰਗ ਹਾਈਟਸ ਨੇ ਉਹ ਇਹਦੇ ਵਿੱਚ ਬਿਲਕੁਲ ਮਤਲਬ ਕਹਿ ਲਓ ਐਕਸਕਲੂਸਿਵਿਟੀ ਹੈ। 9, 10 ਐਂਡ 9 10 ਫੀਟ ਮੇਨ ਫਲੋਰ ਤੇ ਲੋਕੀ 8 ਫੀਟ ਦੇਖਦੇ ਨੇ, ਅਸੀਂ 10 ਫੀਟ ਲਿਆ ਕੇ ਆਏ ਹਾਂ। ਬਿਲਕੁਲ 9, 10 ਐਂਡ 9 ਔਰ 4200 ਸਕੁਅਰ ਫੀਟ ਦਾ ਇਹ ਘਰ ਹੈ। ਖਾਸ ਕਰਕੇ ਮਿਸੀਸਾਗਾ ਦੇ ਵਿੱਚ ਹਾਈ ਸੀਲਿੰਗ ਵਾਲੇ ਘਰ ਆ ਜਿਹੜੇ ਬਹੁਤ ਘੱਟ ਨੇ। ਬਿਲਕੁਲ। ਔਰ 4200 ਸਕੁਅਰ ਫੀਟ ਦਾ ਘਰ ਹੈ, ਹਾਈਲੀ ਅਪਗ੍ਰੇਡਡ ਔਰ ਬੇਸਮੈਂਟ ਵੀ ਇਹਦੀ ਫਿਨਿਸ਼ਡ ਹੈ ਔਰ ਕਾਫੀ ਸਪੇਸ਼ੀਅਸ ਘਰ ਹੈ ਜਿਹਦੇ ਵਾਸਤੇ ਲੋਟ ਸਾਈਜ਼ ਦਾ 50 ਬਾਈ 121 ਫੀਟ ਡੀਪ ਹੈ। ਕਾਫੀ ਅੱਛਾ ਇਹਦੇ ਵਿੱਚ ਬੈਕਯਾਰਡ ਤੁਹਾਨੂੰ ਸਪੇਸ ਮਿਲਦਾ ਇੰਜੋਇਮੈਂਟ ਕਰਨ ਦੇ ਲਈ ਕਿਉਂਕਿ ਪਿੱਛੇ ਤੁਹਾਡੇ ਲਈ ਰਵੀਨ ਲਾਟ ਵੀ, ਤੁਹਾਡੀ ਪ੍ਰਾਈਵੇਸੀ ਵੀ ਨਾਲ ਕਾਇਮ ਹੈ ਜੀ। ਪਿੱਛੇ ਰਵੀਨ ਲਾਟ ਔਰ ਵਾਕਆਊਟ ਵੀ ਹੈ, ਵਾਕਆਊਟ ਵੀ ਹੈ, ਦੋਵੇਂ ਚੀਜ਼ਾਂ ਜਿਹੜੀਆਂ ਔਰ ਨਵਾਂ ਘਰ ਹੈ ਔਰ ਸੀਲਿੰਗ ਹਾਈਟਸ ਤੱਕ ਤੁਹਾਨੂੰ ਮਿਲ ਰਹੀ ਹੈ ਜੀ। ਸੋ ਜੇ ਦੇਖਿਆ ਜਾਵੇ ਕੁੱਲ ਮਿਲਾ ਕੇ ਜਿਹੜਾ ਆਉਣ ਵਾਲਾ ਹਫਤਾ ਉਹ ਕਾਫੀ ਸਾਡਾ ਜਿਹੜਾ ਰੁਝੇਵਿਆਂ ਭਰਿਆ ਰਹੇਗਾ। 2 ਦਿਨ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ 26 ਔਰ 27 ਜੂਨ ਨੂੰ ਆਪਣਾ ਈਦ ਮੇਲਾ ਜਿਹੜਾ ਈਦ ਬਾਜ਼ਾਰ ਜਿਹੜਾ ਹੈ ਸਵਾਗਤ ਬੈਂਕਟ ਹਾਲ ਦੇ ਵਿੱਚ ਉੱਥੇ ਮਨਾ ਰਹੇ ਹਾਂ। ਉੱਥੇ ਸਾਡੇ ਨਾਲ ਤੁਸੀਂ ਮੇਲੇ 'ਚ ਜਦੋਂ ਆਓਗੇ ਤੁਸੀਂ ਸਾਡੀ ਟੀਮ ਦੇ ਨਾਲ ਉੱਥੇ ਮੁਲਾਕਾਤ ਕਰ ਸਕਦੇ ਹੋ ਸਾਡੇ ਬੂਥ ਦੇ ਉੱਤੇ।
ਉਸ ਦੇ ਨਾਲ ਕਾਫੀ ਸਾਰੇ ਇਨਸੈਂਟਿਵਸ ਜਿਹੜੇ ਅਸੀਂ ਬਿਲਡਰਸ ਤੋਂ ਲੈ ਕੇ ਤੁਹਾਨੂੰ ਦੇ ਰਹੇ ਹਾਂ। ਪ੍ਰਵੀਨ ਜੀ ਨੇ ਜਿਵੇਂ ਅਨਾਉਂਸ ਕੀਤਾ ਕਿ ਜਿਹੜੇ ਭੈਣ ਭਰਾ ਸਾਡੇ ਨਾਲ ਇਸ ਟਾਈਮ ਤੱਕ ਈਦ ਤੱਕ ਜਿਹੜੇ ਵੀ ਕੋਈ ਬੁਕਿੰਗ ਕਰਵਾਉਣਗੇ ਉਹਨਾਂ ਨੂੰ ਇੱਕ 골ਡ ਕੋਇਨ ਟੀਮ ਅਰੋੜਾ ਵੱਲੋਂ ਦਿੱਤਾ ਜਾ ਰਿਹਾ ਹੈ। ਸਾਹਿਬ ਮੈਂ ਤੇ ਇੱਕ ਹੋਰ ਗੱਲ ਕਹਿਣੀ ਚਾਹਾਂਗਾ, ਸਮੀਨਾ ਜੀ ਮੈਨੂੰ ਬ੍ਰੇਕ ਦੇ ਵਿੱਚ ਕਹਿੰਦੇ ਕਿ ਤੁਸੀਂ ਜਿਹੜੀ ਨਵਾਂ ਘਰਾਂ ਵਾਸਤੇ ਤਾਂ ਇਹ ਚੀਜ਼ ਅਨਾਉਂਸ ਕਰਤੀ, ਪਰ ਜਿਹੜੀਆਂ ਤੁਸੀਂ ਇੰਨੀਆਂ ਵਧੀਆ ਲਿਸਟਿੰਗ ਦਿਖਾ ਰਹੇ ਹੋ ਇਹਨਾਂ ਵਾਸਤੇ ਵੀ ਅਨਾਉਂਸ ਕਰੋ ਜੀ। ਮੈਂ ਉਹਨਾਂ ਨੂੰ ਕਿਹਾ ਵੀ ਚਲੋ ਈਦ ਦੇ ਈਦ ਦੇ ਟਾਈਮ ਤੱਕ ਜੀ ਇਹ ਜਿਹੜੀਆਂ ਅਸੀਂ ਲਿਸਟਿੰਗ ਦਿਖਾ ਰਹੇ ਹਾਂ, ਸਾਡੀ ਕੋਈ ਲਿਸਟਿੰਗ ਵੀ ਜੇ ਬਾਏ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਆਪਾਂ ਜੀ 골ਡ ਦਾ ਚਲੋ ਫਿਰ ਇਦਾਂ ਆਪਾਂ ਇਹ ਕਰੀਏ ਕਿ ਸਿਰਫ ਜਿਹੜੀਆਂ 4 ਲਿਸਟਿੰਗਸ ਆਪਾਂ ਦਿਖਾਈਆਂ ਉਹ ਹੀ ਨਹੀਂ, ਸਾਡੀ ਟੀਮ ਦੀ ਕੋਈ ਵੀ ਲਿਸਟਿੰਗ ਕੋਈ ਬਾਏ ਕਰ ਚਲੋ ਤੁਸੀਂ ਸਾਨੂੰ ਸਿਰਫ ਖੁਸ਼ੀ ਦੇ ਆਵਾਜ਼ ਐਂਟਰਟੇਨਮੈਂਟ ਦਾ ਹਵਾਲਾ ਦੇ ਦਿਓ ਤੇ 골ਡ ਕੋਇਨ ਸਾਡੇ ਕੋਲ ਲੈ ਲਓ। ਬਿਲਕੁਲ ਠੀਕ ਹੈ। ਸੋ ਐਂਡ ਤੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਪ੍ਰਵੀਨ ਜੀ? ਬਾਕੀ ਢਿੱਲੋਂ ਸਾਹਿਬ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਜਿਹੜਾ ਸਾਡਾ ਸ਼ੋਅ ਸੀ ਇਹਦੇ ਵਿੱਚ ਅਸੀਂ ਇਹੀ ਗੱਲ ਕੀਤੀ ਹੈ ਕਿ ਅੱਜ ਦੀ ਮਾਰਕੀਟ ਦੇ ਵਿੱਚ ਕਿਹੜੀਆਂ ਅਪਰਚੂਨਿਟੀਜ਼ ਨੇ, ਔਰ ਮੈਂ ਬਾਰ-ਬਾਰ ਇੱਕ ਗੱਲ ਕਰ ਰਿਹਾ ਸੀਗਾ ਕਿ ਤੁਹਾਨੂੰ ਕਿਸੇ ਨਾ ਕਿਸੇ ਪ੍ਰੋਫੈਸ਼ਨਲ ਦੀ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਆ ਇਹਦੇ ਵਾਸਤੇ। ਔਰ ਬਾਕੀ ਆਪਣੇ 26 ਤੇ 27 ਨੂੰ ਈਦ ਮੇਲੇ ਦੇ ਉੱਤੇ ਅਸੀਂ ਮਤਲਬ ਉੱਥੇ ਹੋਵਾਂਗੇ, ਤੁਸੀਂ ਸਾਨੂੰ ਉੱਥੇ ਮਿਲੋ ਆ ਕੇ। ਤੁਹਾਡਾ ਕੋਈ ਵੀ ਕੁਐਸਚਨ ਆ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ, ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਔਰ ਸਮੀਨਾ ਜੀ ਦੇ ਕਹਿਣ ਦੇ ਉੱਤੇ ਅਸੀਂ ਅੱਜ ਮਤਲਬ ਈਦ ਦੇ ਮੇਲੇ ਕਰਕੇ ਜਿਹੜੀਆਂ ਸਾਡੀਆਂ ਸਾਰੀਆਂ ਲਿਸਟਿੰਗ ਜਾਂ ਢਿੱਲੋਂ ਸਾਹਿਬ ਨੇ ਜਿੱਦਾਂ ਗੱਲ ਕੀਤੀ ਆ, ਕੋਈ ਵੀ ਸਾਡੀ ਜਿਹੜੀ ਪ੍ਰਾਪਰਟੀ ਹੈ ਜੇ ਤੁਸੀਂ ਬਾਏ ਕਰਦੇ ਹੋ ਜਾਂ ਸਾਡੇ ਨਾਲ ਕਿਸੇ ਪ੍ਰੋਜੈਕਟ ਦੇ ਵਿੱਚ, ਢਿੱਲੋਂ ਸਾਹਿਬ ਆਪਾਂ ਕੱਲਾ ਇਹ 2 ਪ੍ਰੋਜੈਕਟ ਵੀ ਛੱਡੋ, ਕਿਸੇ ਵੀ ਪ੍ਰੋਜੈਕਟ ਚਲੋ ਜੇ ਕੋਈ ਚੀਜ਼ ਆਪਣੇ ਨਾਲ ਬਾਏ ਕਰਦੇ ਹੋਰ ਕਹਿਣੀ ਚਾਹਾਂਗਾ ਇਹਦੇ ਵਿੱਚ ਆਪਾਂ ਜਿਹੜੀ ਪ੍ਰੋਜੈਕਟ ਦੀ ਗੱਲ ਕਰਦੇ ਹਾਂ, ਕਈ ਵਾਰੀ ਲੋਕਾਂ ਨੂੰ ਕੀ ਹੁੰਦਾ ਫੋਨ ਤੇ ਜਦੋਂ ਗੱਲ ਕਰਦੇ ਆ ਨਾ ਹਾਂਜੀ ਉਹਨਾਂ ਨੂੰ ਫੀਲ ਨਹੀਂ ਆਉਂਦੀ। ਮੈਂ ਕਹਾਂਗਾ ਲੋਕਾਂ ਨੂੰ ਕਿ ਤੁਸੀਂ ਜਦੋਂ ਵੀ ਕੋਈ ਪ੍ਰੋਜੈਕਟ ਦੇਖਣਾ ਵੀ ਸਾਡੇ ਨਾਲ ਬੇਸ਼ੱਕ ਜਾਓ, ਕੋਈ ਓਬਲੀਗੇਸ਼ਨ ਨਹੀਂ, ਤੁਸੀਂ ਸਾਡਾ ਸਾਈਟ ਦੇਖੋ, ਤਸੱਲੀ ਕਰੋ, ਜੇ ਤੁਹਾਨੂੰ ਚੰਗਾ ਲੱਗੇ ਤਾਂ ਹੀ ਸਾਡਾ ਮੂਵ ਫਾਰਵਰਡ ਕਰੋ, ਬਟ ਇੱਕ ਵਾਰ ਪ੍ਰੋਜੈਕਟ ਜ਼ਰੂਰ ਦੇਖੋ ਪਲੀਜ਼। ਠੀਕ ਹੈ ਜੀ। ਸੋ ਕੋਈ ਵੀ ਆਪਾਂ ਨੂੰ ਈਦ ਤੱਕ ਮਤਲਬ ਜੇ ਬਾਇੰਗ ਕਰਨਗੇ ਤਾਂ ਆਪਾਂ ਜਿਹੜਾ 골ਡ ਦਾ ਕੋਇਨ ਆ ਉਹ ਸਾਰਿਆਂ ਦੇ ਵਾਸਤੇ ਆ ਜਿਹੜਾ ਉਹ ਦਿੱਤਾ ਜਾਏਗਾ। ਔਰ ਆਪਣੀ ਈਦ ਦੇ ਮੇਲੇ ਦੇ ਉੱਤੇ ਜੇ ਆਪਾਂ ਉੱਥੇ ਆਵਾਂਗੇ, ਜੇ ਉੱਥੇ ਵੀ ਤੁਸੀਂ ਸਾਡੇ ਨਾਲ ਕੋਈ ਬੁਕਿੰਗ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕਰੋਗੇ, ਉੱਥੇ ਵੀ ਜਿਹੜੀ ਆਪਾਂ ਇਹ ਜਿਹੜੀ ਸਰਵਿਸ ਆਪਣਾ ਜਿਹੜਾ ਇਹ ਆਫਰ ਹੈ ਜਿਹੜੀ ਇਹ ਇਨਸੈਂਟਿਵ ਆ ਇਹ ਆਪਾਂ ਉੱਥੇ ਵੀ ਕੰਟੀਨਿਊ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਪ੍ਰੋਗਰਾਮ ਦਾ ਵਕਤ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਹਫਤੇ ਫਿਰ ਤੁਹਾਡੇ ਨਾਲ, ਉਸ ਤੋਂ ਪਹਿਲਾਂ ਈਦ ਮੇਲੇ ਤੇ ਤੁਹਾਡੇ ਨਾਲ ਮੁਲਾਕਾਤ ਰਹੇਗੀ, ਔਰ ਅਗਲੇ ਹਫਤੇ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਈਦ ਦੀਆਂ ਆਪਾਂ ਇੱਕ ਚੀਜ਼ ਹੋਰ ਕਰਾਂਗੇ ਢਿੱਲੋਂ ਸਾਹਿਬ, ਅਗਲੇ ਪ੍ਰੋਗਰਾਮ ਦੇ ਵਿੱਚ ਇਹ ਵੀ ਅਨਾਉਂਸ ਕਰਾਂਗੇ ਵੀ ਕਿੰਨੇ ਵਿਨਰਸ ਨੇ ਸਾਡੇ ਨਾਲ ਜਿਹੜਾ ਵਿਨ ਕੀਤਾ ਜੀ ਇਹ ਜਿਹੜੀ ਚੀਜ਼ ਹੈ। 골ਡ ਕੋਇਨ ਵੀ ਤੁਹਾਨੂੰ ਆਰਡਰ ਕਰਨੇ ਪੈਣੇ ਨੇ, ਕਾਫੀ ਅਵੇਲੇਬਿਲਿਟੀ ਘੱਟ ਹੁੰਦੀ ਹੈ ਇਹਨਾਂ ਦੀ। ਆ ਗਿਆ ਜੀ 골ਡ ਕੋਇਨ ਲਈ ਆ ਗਿਆ ਫੋਨ। हेलो जी, वेलकम टू द शो। जी सलाम वालेकुम सर। वालेकुम सलाम जी। जी सर मेरे को ये मालूम करना था जी कि ये जो 12 तारीख को लोग कह रहे हैं कि मॉर्गेज का रेट ऊपर जा रहा है जी, तो इज अ गुड टाइम टू बाय और वेट अंटिल जुलाई 12? आपका नाम जी? अशफाक साहब, ऐसा है कि 12 तारीख को हो सकता है कि इंटरेस्ट रेट में थोड़ी और चेंज आए, इट इज पॉसिबल, जो हमें भी लग रहा है। तो उसका जो प्री कंस्ट्रक्शन है उसके ऊपर हमें नहीं लग रहा कि कोई इम्पैक्ट होएगा उसका, क्योंकि उनकी जो क्लोजिंग्स हैं लंबी होती हैं, साल 2 साल 3 साल बाद। इसीलिए हमें ये आज की डेट में मार्केट में कुछ अच्छी अपॉर्चुनिटीज नजर आ रही हैं। शायद रीसेल मार्केट के ऊपर थोड़ा बहुत उस चीज का इम्पैक्ट हो सकता है क्योंकि लोगों की पेमेंट के ऊपर इफेक्ट पड़ता है, पर प्री कंस्ट्रक्शन मार्केट के ऊपर और कमर्शियल मार्केट के ऊपर मुझे इस चीज का कोई लंबा चौड़ा ज्यादा इफेक्ट नजर नहीं आ रहा है। बस भाई साहब बात दरअसल ये है कि मैंने राइडर के अंदर पढ़ा था कि जो आज की प्राइसें मकान की है वो कोविड के जमाने में इतनी हाई नहीं थी। तो इसीलिए इशफाक साहब मैंने यही बात मैं कह रहा हूं कि हर प्रोजेक्ट का प्राइस अट्रैक्टिव नहीं है। इसीलिए मैं ये बात बार बार कह रहा हूं कि सर्टेन प्रोजेक्ट्स आज भी मार्केट के प्राइस में ऊपर है। तो जो प्रोजेक्ट हमें लगता है, देखो सिंपल सी बात है कि जो मैं आपको एक सिंपल सा फार्मूला बताता हूं इशफाक साहब, जो प्रॉपर्टीज 2021 का प्राइस आज है जिन प्रॉपर्टीज के ऊपर, वो मार्केट में बेस्ट बाइंग है आज की डेट में। सिंपल सा फार्मूला आपको बता रहा हूं जी कि 2021 की जो प्राइसेस थी मार्केट की,
जिन प्रॉपर्टीज के ऊपर आज कंपैटिबल प्राइस है उसके मतलब बिल्कुल वही सेम प्राइस रेंज है, वो प्रॉपर्टीज आज की मार्केट में बेस्ट बाय है। और मार्केट में आज भी 2021 में तो प्राइसेस काफी हाई नहीं थी जी, 2021 में प्राइसेस कम थी, 2021 के एंड में और 2022 में प्राइसेस ऊपर गई हैं। हाँ जी। बाकी और आपका कोई भी क्वेश्चन हुआ अशफाक साहब, आप जब मर्जी हमें हमारे ऑफिस में कॉल कर लीजिए, और अगर चक्कर लग सका ईद मेले पे, ईद बाजार पे, तो वहां पे भी आइए प्लीज। जी बिल्कुल सर। थैंक यू सर। आप सबको एडवांस है ईद मुबारक। आप सबको भी थैंक यू। ਸੋ ਇਹ ਸੀ ਅੱਜ ਦਾ ਪ੍ਰੋਗਰਾਮ। ਸੋ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ। ਬਹੁਤ ਬਹੁਤ ਸ਼ੁਕਰੀਆ। ਈਦ ਦੀਆਂ ਪੇਸ਼ਗੀ ਮੁਬਾਰਕਾਂ। ਤੁਹਾਨੂੰ ਮਿਲਾਂਗੇ ਅਸੀਂ ਈਦ ਬਾਜ਼ਾਰ ਤੇ, ਜਾਂ ਫਿਰ ਅਗਲੇ ਹਫਤੇ ਇੱਕ ਹੋਰ ਪ੍ਰੋਗਰਾਮ ਲੈ ਕੇ। ਧੰਨਵਾਦ।